ਅੰਤਮ ਅਰਦਾਸ ਵਿੱਚ ਸ਼ਾਮਲ ਹੋ ਕੇ ਇਸ ਦੁੱਖ ਦੀ ਘੜੀ ਦੇ ਵਿੱਚ ਪਰਿਵਾਰ ਦੇ ਨਾਲ ਹਮਦਰਦੀ ਸਾਂਝੀ ਕਰਦੇ ਗੁਰੂ ਸਤਿਸੰਗ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਸਤਿਕਾਰਯੋਗ ਗਿਆਨੀ ਹਰਜੀਤ ਸਿੰਘ ਜੀ ਸੁਲਤਾਨਪੁਰ ਸਾਹਿਬ ਵਾਲੇ, ਉਹਨਾਂ ਨੇ ਬੜੇ ਵਿਸਥਾਰ ਦੇ ਨਾਲ ਗੁਰਬਾਣੀ ਦੀ ਸਾਂਝ, ਕਥਾ ਵਿਚਾਰਾਂ ਦੀ ਸਾਂਝ ਸੰਗਤਾਂ ਦੇ ਨਾਲ ਪਵਾਈ ਹੈ। ਸਾਡੇ ਬਹੁਤ ਹੀ ਸਤਿਕਾਰਯੋਗ ਪੰਥ ਦੇ ਗਿਣਵੇਂ ਚੁਣਵੇਂ ਵਿਦਵਾਨਾਂ ਦੇ ਵਿੱਚੋਂ ਵਿਦਵਾਨ ਗਿਆਨੀ ਜਸਵੀਰ ਸਿੰਘ ਜੀ ਕੁਝ ਦਿਨ ਪਹਿਲਾਂ ਜਿੱਥੇ ਸਮੁੱਚੇ ਢਾਡੀ ਜਗਤ ਨੂੰ ਇੱਕ ਬਹੁਤ ਸਾਰਾ ਘਾਟਾ ਪਾ ਗਏ ਨੇ, ਉੱਥੇ ਆਪਣੇ ਨਿੱਜੀ ਪਰਿਵਾਰ ਨੂੰ ਵੀ ਵਿਛੋੜਾ ਦੇ ਗਏ ਨੇ। ਖੁਸ਼ੀ ਦੇ ਲਈ ਕੇਵਲ ਤਾਂ ਕੇਵਲ ਇਹ ਤਖੱਲਸ ਨਹੀਂ ਸੀ, ਉਹ ਵਾਕਈ ਖੁਸ਼ ਦਿਲ ਸਨ। ਬਹੁਤ ਸਾਰਾ ਸਮਾਂ ਉਹਨਾਂ ਦੇ ਨਾਲ ਵਿਚਰਨ ਦਾ ਮੌਕਾ ਪ੍ਰਾਪਤ ਹੋਇਆ। ਢਹਿੰਦੀ ਕਲਾ ਵਾਲਾ ਸ਼ਬਦ ਉਹਨਾਂ ਦੀ ਡਿਕਸ਼ਨਰੀ ਦੇ ਵਿੱਚ ਹੈ ਨਹੀਂ ਸੀ। ਕਦੇ ਢਹਿੰਦੀ ਕਲਾ ਵਾਲੀ ਗੱਲ ਹੀ ਨਹੀਂ ਸੀ ਕੀਤੀ। ਆ 2 ਮਹੀਨੇ ਦੀ ਗੱਲ ਹੈ, ਜਿਸ ਦਿਨ ਉਹਨਾਂ ਨੂੰ ਭਾਈ ਨੱਥਾ ਜੀ, ਭਾਈ ਅਬਦੁੱਲਾ ਜੀ ਢਾਡੀ ਸਭਾ ਦਾ ਪ੍ਰਧਾਨ ਚੁਣਿਆ ਗਿਆ। ਦਾਸ ਨੇ ਟੈਲੀਫੋਨ ਹੀ ਕੀਤਾ, ਮੈਂ ਕਿਹਾ ਡਾਕਟਰ ਸਾਹਿਬ ਤੁਹਾਨੂੰ ਪ੍ਰਧਾਨ ਚੁਣ ਲਿਆ ਗਿਆ। ਉਹ ਕਹਿੰਦੇ ਭਲਵਾਨ ਜੀ ਮੈਨੂੰ ਕਾਹਦੇ ਚੁਣਨਾ ਸੀ। ਮੈਂ ਕਿਹਾ ਜੀ ਕੀ ਗੱਲ ਹੋਈ? ਉਹਨਾਂ ਨੇ ਲਫ਼ਜ਼ ਇਹ ਨਹੀਂ ਵਰਤੇ ਕਿ ਮੇਰੀ ਸਿਹਤ ਠੀਕ ਨਹੀਂ। ਦੇਖਣ ਨੂੰ ਮਹਿਸੂਸ ਹੁੰਦਾ ਸੀ ਵੀ ਜਿਵੇਂ ਉਹਨਾਂ ਦੀ ਸਿਹਤ ਠੀਕ ਨਹੀਂ, ਪਰ ਉਹਨਾਂ ਨੇ ਇਹ ਲਫ਼ਜ਼ ਨਹੀਂ ਵਰਤੇ। ਉਹ ਕਹਿੰਦੇ ਜੀ ਮੇਰੀ ਸਿੰਘਣੀ ਠੀਕ ਨਹੀਂ ਰਹਿੰਦੀ, ਮੇਰੇ ਤੋਂ ਬੜਾ ਟਾਈਮ ਨਹੀਂ ਦਿੱਤਾ ਜਾਣਾ। ਮੈਂ ਕਿਹਾ ਜੀ ਤੁਸੀਂ ਟਾਈਮ ਨਾ ਦਿਓ, ਤੁਹਾਡੀ ਜਗ੍ਹਾ ਤੇ ਕੰਮ ਕਾਰ ਅਸੀਂ ਕਰੇ ਜਾਣਾ, ਪਰ ਤੁਹਾਡੇ ਤੋਂ ਬਗੈਰ ਸਰਨਾ ਨਹੀਂ। ਕਹਿਣ ਦਾ ਭਾਵ ਕਦੇ ਢਹਿੰਦੀ ਕਲਾ ਵਾਲੀ ਉਹਨਾਂ ਨੇ ਗੱਲ ਹੀ ਨਹੀਂ ਸੀ ਕੀਤੀ। ਬਹੁਤ ਸਾਰੇ ਸੱਜਣ ਜਿਵੇਂ ਉਹਨਾਂ ਦੇ ਸਾਥੀ ਢਾਡੀ ਬਗੇਲ ਸਿੰਘ ਹੀਰਾ, ਹਰਪ੍ਰੀਤ ਸਿੰਘ ਜੀ ਸਿੱਧੂ, ਰਵਿੰਦਰਦੀਪ ਸਿੰਘ ਜੀ ਸੇਖੋਂ ਅਤੇ ਕੁਲਦੀਪ ਸਿੰਘ ਸੇਖੋਂ, ਜਿਨ੍ਹਾਂ ਦੇ ਨਾਲ ਉਹਨਾਂ ਦਾ ਅਖੀਰੀ ਦਮ ਤੱਕ ਸਾਥ ਰਿਹਾ। ਦੀਵਾਨ ਦੇ ਵਿੱਚ ਪਹੁੰਚੇ ਨੇ, ਕਹਿੰਦੇ ਮਨ ਬੜਾ ਭਰਿਆ ਹੋਇਆ, ਸ਼ਬਦ ਸਾਂਝੇ ਨਹੀਂ ਕੀਤੇ ਜਾਣੇ, ਹਾਜ਼ਰੀ ਪ੍ਰਵਾਨ ਕਰਿਓ। ਅਤੇ ਮੇਰੇ ਬਹੁਤ ਹੀ ਸਤਿਕਾਰਯੋਗ ਸਾਬਕਾ ਸਰਪੰਚ ਕਾਮਰੇਡ ਮੇਲਾ ਸਿੰਘ ਜੀ, ਉਹ ਸੰਗਤਾਂ ਦਰਮਿਆਨ ਪਹੁੰਚੇ ਨੇ। ਮੈਂ ਉਹਨਾਂ ਨੂੰ ਬੇਨਤੀ ਕਰਾਂ ਸਟੇਜ ਤੇ ਆਉਣ ਅਤੇ 2 ਸ਼ਬਦ ਪਰਿਵਾਰ ਦੇ ਨਾਲ ਸਾਂਝੇ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਸਾਰੇ ਰਿਸ਼ਤੇਦਾਰ, ਮਿੱਤਰ, ਦੋਸਤ, ਸਤਿਕਾਰਯੋਗ ਭੈਣਾਂ ਤੇ ਭਰਾਵਾਂ, ਖਾਸ ਕਰਕੇ ਡਾਕਟਰ ਜਸਵੀਰ ਸਿੰਘ ਹੋਣਾ ਦਾ ਪਰਿਵਾਰ, ਢਾਡੀ ਪਰਿਵਾਰ, ਰਾਗੀ ਪਰਿਵਾਰ, ਆਪਾਂ ਸਾਰੇ ਆਪਣੇ ਉਸ ਵੀਰ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਵਾਸਤੇ ਆਏ ਹਾਂ। ਉਹਨਾਂ ਨੂੰ ਯਾਦ ਕਰਨ ਵਾਸਤੇ ਇੱਥੇ ਆਏ ਹਾਂ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ 60 ਸਾਲ ਜਿੱਥੇ ਸਾਡੇ ਨਗਰ ਦੇ ਵਿੱਚ ਇੱਕ ਚੰਗੇ ਇਨਸਾਨ ਵਜੋਂ ਬਿਤਾਏ, ਉੱਥੇ ਮੈਂ ਸਮਝਦਾ ਕਿ ਸਾਡੇ ਨਗਰ ਦਾ ਨਾਮ ਸਾਡੇ ਪੰਜਾਬ ਅੰਦਰ, ਸਾਡੇ ਦੇਸ਼ ਅੰਦਰ ਤੇ ਵਿਦੇਸ਼ਾਂ ਵਿੱਚ ਵੀ ਉਹਨਾਂ ਨੇ ਰੋਕਾ ਕਲਾਂ ਦਾ ਨਾਮ ਰੋਸ਼ਨ ਕੀਤਾ। ਗਿਆਨੀ ਉਹਨਾਂ ਨੇ ਜੀਵਨ ਦੇ ਖੇਤਰਾਂ ਦੀ ਗੱਲ ਕੀਤੀ ਹੈ। ਕੋਈ ਧਾਰਮਿਕ ਖੇਤਰ ਦੇ ਵਿੱਚ ਹੀ ਨਹੀਂ, ਇੱਕ ਪ੍ਰਚਾਰਕ ਇਹੋ ਜਿਹੀ ਹਸਤੀ ਹੁੰਦੀ ਆ ਕਿ ਜਿੱਥੇ ਧਰਮ ਦੀਆਂ ਇਤਿਹਾਸ ਨੂੰ ਦੱਸਣਾ ਦੇ ਨਾਲ ਸਿਆਸੀ ਹਾਲਾਤ, ਸਮਾਜਿਕ ਹਾਲਾਤ ਵੀ ਦੱਸ ਜਾਂਦੇ ਆ। ਉਹਦੇ ਨਾਲ ਜੋੜ ਕੇ ਭਾਵੇਂ ਕੋਈ ਧਾਰਮਿਕ ਪ੍ਰੋਗਰਾਮ ਹੋਵੇ, ਉਹਦੇ ਵਿੱਚ ਸਿੱਧੀ ਸਿਆਸੀ ਗੱਲ ਨਹੀਂ ਕੀਤੀ ਜਾ ਸਕਦੀ,
ਪਰ ਜਿਹੜੇ ਮਹਾਨ ਲੋਕ ਹੁੰਦੇ ਆ ਜਸਵੀਰ ਸਿੰਘ ਹੁਣਾਂ ਵਰਗੇ, ਇਹ ਉਹਨਾਂ ਗੱਲਾਂ ਦੇ ਨਾਲ ਮਜ਼ਬੂਤ ਲੈਣ ਨੂੰ ਲੋਕਾਂ ਦੇ ਦਿਮਾਗ ਦਾ ਹਿੱਸਾ ਬਣਾ ਦਿੰਦੇ ਸੀ। ਇਸ ਕਰਕੇ ਮੈਂ ਕਹਿਣਾ ਕਿ ਜਿੱਥੇ ਪਰਿਵਾਰ ਨੂੰ ਬੜਾ ਵੱਡਾ ਘਾਟਾ ਪਿਆ, ਉੱਥੇ ਮੈਂ ਸਮਝਦਾ ਸਾਡੇ ਪਿੰਡ ਨੂੰ, ਸਾਡੇ ਇਲਾਕੇ ਨੂੰ ਬੜਾ ਵੱਡਾ ਘਾਟਾ। ਸਾਡਾ ਨਗਰ ਤਾਂ ਵੈਸੇ ਸਾਰੇ ਕੋਈ ਮਾੜੇ ਨਹੀਂ ਹੁੰਦੇ, ਪਰ ਵਿਲੱਖਣਤਾ ਇਸ ਗੱਲ ਦੀ ਰੁੜਕਾ ਕਲਾਂ 'ਚ ਕਿ ਇੱਥੇ ਇਹੋ ਜਿਹੇ ਲੋਕ ਪੈਦਾ ਹੋਏ ਜਿਹੜੇ ਬਾਕੀ ਨਗਰਾਂ ਤੋਂ ਵੱਖਰੇ ਲੋਕ ਆ। ਜੇ ਮੈਂ ਭੁੱਲਦਾ ਨਾ ਹੋਵਾਂ ਕਿ ਮੇਰੇ ਵੀਰ ਇਤਿਹਾਸ ਨੂੰ ਜਾਣਨ ਵਾਲੇ ਆਏ ਆ, ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਤੋਂ ਲੈ ਕੇ ਅੱਜ ਤੱਕ ਜਿੰਨੀਆਂ ਵੀ ਲਹਿਰਾਂ ਚੱਲੀਆਂ, ਉਹਨਾਂ ਲਹਿਰਾਂ ਦੇ ਵਿੱਚ ਰੁੜਕਾ ਕਲਾਂ ਦੇ ਜਸਵੀਰ ਸਿੰਘ ਵਰਗੇ ਨੌਜਵਾਨਾਂ ਨੇ, ਲੋਕਾਂ ਨੇ ਬੜਾ ਵੱਡਾ ਯੋਗਦਾਨ, ਇਹਨਾਂ ਦਾ ਹਿੱਸਾ ਪਾਇਆ। ਤੁਸੀਂ ਯਕੀਨ ਕਰੋਗੇ ਜੇ ਮੈਂ ਨਾ ਭੁੱਲਦਾ ਹੋਵਾਂ, ਜਿਨ੍ਹਾਂ ਨੇ ਰੁੜਕਾ ਕਲਾਂ ਦੇ ਇਤਿਹਾਸ ਨੂੰ ਜਾਣਿਆ, ਪ੍ਰਚਾਰਿਆ, 48 ਲੋਕ, 48 40 ਤੇ 8 ਜਿਹੜੇ ਦੇਸ਼ ਭਗਤ ਪੈਦਾ ਹੋਏ ਰੁੜਕਾ ਕਲਾਂ ਦੀ ਧਰਤੀ ਤੇ। ਸਾਡਾ ਰੁੜਕਾ ਕਲਾਂ ਇਹੋ ਜਿਹੀ ਧਰਤੀ ਆ, ਸਾਡਾ ਇਲਾਕਾ ਇਹੋ ਜਿਹੀ ਧਰਤੀ ਆ ਜਿੱਥੋਂ ਬਾਗੀ ਪੈਦਾ ਹੋਏ। ਬਾਗੀ, ਕਈ ਲੋਕ ਬਾਗੀ ਸ਼ਬਦ ਨੂੰ ਬੜਾ ਭੈੜਾ ਕਹਿੰਦੇ ਆ। ਬਾਗੀ ਕੌਣ ਹੁੰਦੇ ਆ? ਜਿਹੜੇ ਹਾਲਾਤਾਂ ਨੂੰ ਜਾਣਦੇ ਹੋਣ, ਜਿਹੜੇ ਸਮੁੱਚੇ ਹਿੰਦੁਸਤਾਨ ਦੀਆਂ ਜਿਹੜੀਆਂ ਲਹਿਰਾਂ, ਜਿਹਨੂੰ ਗਿਆਨ ਹੋਵੇ, ਜਿਹਨੂੰ ਇਹ ਪਤਾ ਹੋਵੇ ਜਿਹੜਾ ਬਣਦਾ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਨਿਆਸਰਾਂ ਦੇ ਆਸਰੇ, ਨਿਪੱਤਿਆਂ ਦੀ ਪੱਤ। ਉਹ ਲੋਕ ਜਿਹੜੇ ਸਾਹਮਣੇ ਅਤਿਆਚਾਰ ਹੁੰਦਾ ਹੋਵੇ ਉਹਨੂੰ ਨਾ ਦੇਖ ਸਕਣ, ਤੇ ਜਿਹੜੇ ਉਹਨਾਂ ਅੰਦਰੋਂ ਭਾਵਨਾ ਨਿਕਲਦੀ ਆ, ਜਿਹੜੇ ਉਹ ਅੰਦਰੋਂ ਉਹਨਾਂ ਦੇ ਜਜ਼ਬਾਤ ਨਿਕਲਦੇ ਆ, ਉਹਨਾਂ ਲੋਕਾਂ ਦੇ, ਉਹਨਾਂ ਨੂੰ ਬਾਗੀ ਕਹਿੰਦੇ ਆ। ਉਹ ਬਾਗੀ ਪੈਦਾ ਹੋਏ ਆ ਜਿਹਦਾ ਕਾਰਨ ਆ ਕਿ ਐਸੇ ਇਲਾਕੇ ਨੇ ਗਦਰੀ ਬਾਬੇ ਪੈਦਾ ਕੀਤੇ। ਗਦਰ ਲਹਿਰ ਕਿਉਂ ਉੱਠੀ? ਉਹ ਵੀ ਇੱਕ ਜ਼ੁਲਮ ਦਾ ਟਾਕਰਾ ਕਰਨ ਵਾਸਤੇ ਉੱਠੀ ਸੀ। ਜੇ ਤੁਸੀਂ ਇਤਿਹਾਸ ਪੜ੍ਹੋ ਬਬਰ ਲਹਿਰ ਦਾ, ਮੈਨੂੰ ਮਾਣ ਇਸ ਗੱਲ ਦਾ ਕਿ ਬਬਰ ਲਹਿਰ ਦਾ ਜਨਮ ਵੀ ਰੁੜਕਾ ਕਲਾਂ ਦੀ ਧਰਤੀ ਤੇ ਹੋਇਆ ਸੀ। 1921 ਦੇ ਵਿੱਚ ਕਿਸ਼ਨ ਸਿੰਘ ਗੜਗੱਜ ਦੀ ਅਗਵਾਈ ਦੇ ਵਿੱਚ ਬਬਰਾਂ ਦੀ ਪਹਿਲੀ ਮੀਟਿੰਗ ਆਰੀਆ ਸਕੂਲ ਦੇ ਵਿੱਚ ਹੋਈ ਸੀ। ਬਬਰਾਂ ਦੀ ਪਹਿਲੀ ਮੀਟਿੰਗ। ਉਹਨੇ ਕਿਉਂ ਇਹ ਇਲਾਕਾ ਚੁਣਿਆ? ਉਹਨੇ ਕਿਉਂ ਇਹ ਸਾਡਾ ਪਿੰਡ ਚੁਣਿਆ? ਕਿ ਸਾਡੇ ਪਿੰਡ ਵਿੱਚ ਮੁਖਬਰ ਬੜੇ ਘੱਟ ਸੀ। ਤੁਸੀਂ ਕਣਕ ਨੂੰ ਜਿੰਨਾ ਮਰਜ਼ੀ ਚੁੱਕ ਬਣਾ ਕੇ ਬੀਜ ਲਾਓ, ਕਾਂ ਗੈਰੀ ਫੇਰ ਵੀ ਉੱਗ ਖੜਦੀ ਹੈ, ਪਰ ਬਾਕੀ ਸਾਰੇ ਇਲਾਕੇ ਦੇ ਮੁਕਾਬਲੇ ਸਾਡੇ ਨਗਰ ਰੁੜਕਾ ਕਲਾਂ ਦੇ ਵਿੱਚ ਜਿਹੜੇ ਬਬਰ ਸੀ ਉਹ ਸਮਝਦੇ ਸੀ ਅਸੀਂ ਇੱਥੇ ਸੁਰੱਖਿਅਤ ਹਾਂ। ਮੇਰਾ ਕਹਿਣ ਤੋਂ ਭਾਵ ਇਹ ਆ ਕਿ ਰੁੜਕਾ ਕਲਾਂ ਦੀ ਧਰਤੀ ਨੇ ਬੜੇ ਹੀਰੇ ਪੈਦਾ ਕੀਤੇ, ਜਿਹਦੇ ਵਿੱਚ ਡਾਕਟਰ ਜਸਵੀਰ ਸਿੰਘ ਵੀ ਸ਼ਾਮਿਲ ਹੈ। ਇਹੋ ਜਿਹੇ ਸਮਾਗਮਾਂ ਤੇ ਬੋਲਦੇ ਆ, ਮਾਣ ਹੁੰਦਾ ਬੁਲਾਰਿਆਂ ਨੂੰ ਵੀ। ਗਿਆਨੀ ਜੀ ਪਹਿਲਾਂ ਪ੍ਰਵਚਨ ਕਰਕੇ ਗਏ ਆ ਕਿ ਅਸੀਂ ਇਸ ਪਰਿਵਾਰ ਦੇ ਦੁੱਖ ਦੇ ਵਿੱਚ ਜਿੱਥੇ ਸ਼ਰੀਕ ਹੋਣ ਵਾਸਤੇ ਆਏ, ਉੱਥੇ ਸਾਡਾ ਮਾਣ ਨਾਲ ਸਿਰ ਵੀ ਉੱਚਾ ਕਿ ਅਸੀਂ ਇਹੋ ਜਿਹੇ ਇਨਸਾਨ ਦੇ ਸਮਾਗਮ ਤੇ ਪ੍ਰਵਚਨ ਕਰ ਰਹੇ ਹਾਂ, ਬੋਲ ਰਹੇ ਹਾਂ। ਮੈਂ ਆਪਣੀ ਭੈਣ ਪ੍ਰਵਿੰਦਰ ਕੌਰ ਨੂੰ ਇਸ ਗੱਲ ਦਾ ਦਿਲਾਸਾ ਦੇਣਾ ਚਾਹੁੰਦਾ ਕਿ ਹਰ ਇੱਕ ਇਨਸਾਨ ਨੇ ਇੱਥੋਂ ਚਲੇ ਜਾਣਾ, ਜਿਵੇਂ ਗਿਆਨੀ ਹੁਣੀ ਵੀ ਦੱਸਿਆ। ਪਰ ਕਬੀਰ ਸਾਹਿਬ ਨੇ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦੱਸ ਦਿੱਤਾ ਕਿ ਇੱਥੇ ਆਉਣ ਤੋਂ ਬਾਅਦ ਮਨੁੱਖ ਨੂੰ ਕੀ ਕਰਨਾ ਚਾਹੀਦਾ। ਉਹ ਕਹਿੰਦੇ ਜਾਣ ਤੋਂ ਬਾਅਦ ਉਹ ਜਿਹੜਾ ਮਨੁੱਖ ਆ ਉਹ ਖੁਸ਼ੀ ਜਾਵੇ, ਉਹਨੂੰ ਇਤਰਾਜ਼ ਨਾ ਹੋਵੇ। ਇਹਦੇ ਜਾਣ ਤੋਂ ਬਾਅਦ ਜਿਹੜਾ ਦਾ ਸਮਾਜ ਉਹ ਜ਼ਰੂਰ ਚੇਤੇ ਕਰੇ, ਜਿੱਦਾਂ ਤੁਸੀਂ ਚੇਤੇ ਕਰ ਰਹੇ ਗਿਆਨੀ ਨੇ ਦੱਸਿਆ। ਇਸ ਵਾਸਤੇ ਉਹਨਾਂ ਦੀ ਜ਼ਿੰਦਗੀ ਸਫਲ ਹੈ। ਇਹ ਠੀਕ ਆ ਕਿ ਇਨਸਾਨ ਦੀ ਕਾਟ ਪੂਰੀ ਨਹੀਂ ਹੁੰਦੀ, ਪਰ ਇਹ ਕਹਿ ਸਕਦੇ ਆ ਕਿ ਜ਼ਿੰਦਗੀ ਜਿੰਨੀ ਵੀ ਉਹਨੇ ਜੀਈ ਆ, ਇੱਕ ਸਫਲ ਇਨਸਾਨਾਂ ਵਾਲੀ ਜ਼ਿੰਦਗੀ ਜੀਈ ਆ, ਜਿਹਦੇ ਤੇ ਸਾਨੂੰ ਫਖਰ ਹੈ, ਜਿਸ ਸਾਨੂੰ ਮਾਣ ਹੈ। ਇਹ ਠੀਕ ਆ। ਅੱਜ ਤੋਂ ਬਾਅਦ ਉਹਨਾਂ ਧੀਆਂ ਨੂੰ, ਉਹਨਾਂ ਬੱਚਿਆਂ ਨੂੰ ਬਾਪ ਨਹੀਂ ਮਿਲਣਾ, ਪ੍ਰਵਿੰਦਰ ਕੌਰ ਸਾਡੀ ਭੈਣ ਨੂੰ ਉਹਦਾ ਸਾਥੀ ਨਹੀਂ ਮਿਲਣਾ, ਪਰ ਇਹ ਜਿਹੜਾ ਮਤਲਬ ਗਿਆਨੀ ਉਹਨਾਂ ਨੇ ਪ੍ਰਵਚਨ ਕੀਤਾ ਵੀ ਤੂੰ ਸਾਰਿਆਂ ਨੇ ਜਾਣਾ, ਪਰ ਜਿਉਂਦਿਆਂ ਕਿਹੋ ਜਿਹਾ ਕੰਮ ਕਰਨਾ ਚਾਹੀਦਾ, ਉਹ ਡਾਕਟਰ ਜਸਵੀਰ ਹੋਣਾ ਨੇ ਤੁਹਾਨੂੰ ਦੱਸਤਾ ਕਿ ਇੱਕ ਜਾਨਵਰ ਵੀ, ਇੱਕ ਪਸ਼ੂ ਵੀ ਆਪਣਾ ਪਰਿਵਾਰ ਪਾਲਦਾ ਜੋ ਇਨਸਾਨਾਂ ਨਾਲੋਂ ਵਧੀਆ ਮਤਲਬ ਵਾਸ ਕਰਦਾ।
ਪਰ ਸਮਾਜ ਦੇ ਵਿੱਚ ਇਨਸਾਨ ਦੇ ਨਾਲ ਸਮਾਜ ਜੁੜ ਗਿਆ। ਜਾਨਵਰ ਇਹ ਵੀ ਜਾਨਵਰ ਆ, ਪਰ ਇਹ ਸਮਾਜੀ ਜਾਨਵਰ ਆ। ਸਮਾਜ ਪ੍ਰਤੀ ਇਹਦੀਆਂ ਕੁਝ ਜ਼ਿੰਮੇਵਾਰੀਆਂ ਕੀ ਆ ਕਿ ਜਿਹੜਾ ਇਹ ਗਲਿਆ ਸੜਿਆ ਸਮਾਜ ਆ, ਮਾੜੇ ਰੀਤੀ ਰਿਵਾਜ ਆ, ਉਹਨਾਂ ਨੂੰ ਇਸ ਸਮਾਜ ਦੇ ਵਿੱਚੋਂ ਕੱਢਣਾ ਕਿੱਦਾਂ ਹੈ ਤੇ ਲੋਕਾਂ ਦੀ ਜ਼ਿੰਦਗੀ ਨੂੰ ਬਿਹਤਰ ਕਿੱਦਾਂ ਬਣਾਉਣਾ, ਇਹ ਅਸਲੀ ਮਨੁੱਖ ਦਾ ਕੰਮ ਆ, ਜਿਹੜਾ ਡਾਕਟਰ ਜਸਵੀਰ ਸਿੰਘ ਹੁਣੀ ਕਰ ਰਹੇ ਸੀ। ਮੈਂ ਬਹੁਤਾ ਕੁਝ ਨਹੀਂ ਕਹਿਣਾ, ਬੜੇ ਦੁੱਖ ਦਾ ਟਾਈਮ ਆ। ਮੈਂ ਇਸ ਪਰਿਵਾਰ ਦੇ ਵੱਲੋਂ ਤੁਹਾਡਾ ਸਾਰਿਆਂ ਦਾ ਹੀ, ਤੁਸੀਂ ਆਪਣੇ ਜ਼ਿੰਮੇਵਾਰ ਭਰੀ ਜ਼ਿੰਦਗੀ ਚੋਂ ਵਕਤ ਕੱਢ ਕੇ ਇੱਥੇ ਸਾਡੇ ਇਸ ਪਰਿਵਾਰ ਦੇ ਨਾਲ ਦੁੱਖ ਜਿਹੜਾ ਸਾਂਝਾ ਕਰਨ ਵਾਸਤੇ ਆਏ ਹੋ। ਤੁਹਾਨੂੰ ਆਪਣੇ ਨਗਰ ਦੀ ਦਹਲੀਜ਼ ਤੇ ਆਪਣੀ ਤਸ਼ਰੀਫ ਲਿਆਉਣ ਤੇ ਮੈਂ ਸਮੁੱਚੇ ਨਗਰ ਦੇ ਵੱਲੋਂ ਤੁਹਾਨੂੰ ਜੀ ਆਇਆਂ ਆਖਦਾ ਔਰ ਤੁਹਾਡਾ ਧੰਨਵਾਦ ਕਰਦਾ। ਇਹਨਾਂ ਸ਼ਬਦਾਂ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਜਗਤ ਮੁਸਾਫਰ ਖਾਨਾ ਹੈ ਕਿ ਤੁਰ ਜਾਂਦੇ ਕਿ ਆ ਜਾਂਦੇ, ਕਈ ਜਿਉਂਦੇ ਮੋਇਆਂ ਵਰਗੇ ਨੇ ਕਿ ਮਰ ਕੇ ਜ਼ਿੰਦਗੀ ਪਾ ਜਾਂਦੇ। ਕਿ ਦੁਨੀਆ ਰੰਗਲੀ ਮਿੱਠੀ ਹੈ, ਜੀ ਨਹੀਂ ਕਰਦਾ ਛੱਡਣੇ ਨੂੰ, ਪਰ ਜ਼ੋਰ ਨਹੀਂ ਚੱਲਦਾ ਸੁਖਬੀਰ ਸਿੰਘਾ ਜਦੋਂ ਧੁਰੋਂ ਬੁਲਾਵੇ ਆ ਜਾਂਦੇ। ਡਾਕਟਰ ਸਾਹਿਬ ਬਾਰੇ ਕਾਮਰੇਡ ਸਾਹਿਬ ਨੇ ਸਾਂਝ ਪਾਈ ਹੈ। ਉਹ ਉਹਨਾਂ ਚੋਂ ਸੀ ਜਿਹੜੇ ਸਦਾ ਲਈ ਅਮਰ ਹੈ ਲੋਕਾਂ ਦੇ ਦਿਲਾਂ ਦੇ ਵਿੱਚ ਵਸਦੇ ਨੇ। ਜਿਹੜੇ ਖਿੱਤੇ ਦੇ ਵਿੱਚ ਵੀ ਗਏ, ਜੇ ਉਹਨਾਂ ਨੇ ਡਾਕਟਰੀ ਕੀਤੀ, ਕਈ ਸਾਲ ਸਾਡੇ ਪਿੰਡ ਉਹਨਾਂ ਦੀ ਦੁਕਾਨ ਰਹੀ ਹੈ, ਲੋਕ ਅੱਜ ਵੀ ਯਾਦ ਕਰਦੇ ਨੇ। ਉਹਦੇ ਵਿੱਚ ਵੀ ਸਫਲਤਾ, ਜੇ ਦੇਸੀ ਵੈਦ ਗੁਣਾ ਕੀਤਾ, ਜਿਸ ਖਿੱਤੇ ਨੂੰ ਵੀ ਚੁਣਿਆ ਉਹ ਉਸ ਖਿੱਤੇ ਦੇ ਵਿੱਚ ਸਫਲ ਰਹੇ ਨੇ। ਔਰ ਜੇ ਆਪਾਂ ਸਿਆਣੇ ਸੱਜਣਾਂ ਦੇ ਕਥਨ ਪੜ੍ਹੀਏ ਨਾ, 13 ਤਰ੍ਹਾਂ ਦੀ ਭਗਤੀ ਗਿਣੀ ਗਈ ਹੈ। ਉਹਨਾਂ ਦੇ ਵਿੱਚੋਂ ਇੱਕ ਇਹ ਵੀ ਭਗਤੀ ਹੈ, ਇਸ ਸੰਸਾਰ ਨੂੰ, ਲੋਕਾਂ ਨੂੰ ਗੁਰੂ ਮਹਾਰਾਜ ਜੀ ਦਾ ਉਪਦੇਸ਼ ਦੇਣਾ ਜਾਂ ਯੋਧਿਆਂ ਦੀਆਂ 12 ਗਾਇਨ ਕਰਨੀਆਂ, ਯੋਧਿਆਂ ਦੇ ਇਤਿਹਾਸ ਨੂੰ ਸੰਭਾਲ ਕੇ ਰੱਖਣਾ। ਇਸ ਕਲਾ ਦੇ ਵਿੱਚ ਵੀ ਨਿਪੁੰਨ ਸਤਿਗੁਰਾਂ ਨੇ ਬੜੀ ਕਿਰਪਾ ਕੀਤੀ। ਪਤਾ ਨਹੀਂ ਕਿੰਨੀ ਕੁ ਕਲਾ ਉਹਨਾਂ ਦੇ ਵਿੱਚ ਪਾਈ ਹੋਈ ਸੀ। ਔਰ ਬਹੁਤ ਬਹੁਤ ਧੰਨਵਾਦੀ ਹਾਂ ਢਾਡੀ ਬੂਟਾ ਸਿੰਘ ਜੀ, ਸੁਣਨ ਕਲਾ, ਉਹ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚੇ ਨੇ, ਉਹਨਾਂ ਦਾ ਧੰਨਵਾਦ। ਗਿਆਨੀ ਕਮਲਜੀਤ ਸਿੰਘ ਜੀ ਕਵੀਸ਼ਰ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਕਸ਼ਮੀਰ ਸਿੰਘ ਜੀ ਕੋਏ, ਉਹਨਾਂ ਦੇ ਸ਼ਾਗਿਰਦ, ਉਹਨਾਂ ਦੇ ਲਾਏ ਹੋਏ ਬੂਟੇ, ਉਹ ਵੀ ਦੁੱਖ ਦੀ ਘੜੀ ਦੇ ਵਿੱਚ ਪਹੁੰਚੇ ਨੇ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਢਾਡੀ ਰਖਪਾਲ ਸਿੰਘ ਜੀ ਔਜਲਾ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਗਿਆਨੀ ਹਰਬੰਸ ਸਿੰਘ ਜੀ ਸੰਘੇੜਾ, ਜਿਨ੍ਹਾਂ ਨੇ ਅੱਜ ਇੱਥੇ ਹਾਜ਼ਰੀ ਲਗਾਉਣੀ ਸੀ। ਰਿਸ਼ਤੇਦਾਰੀ ਦੇ ਵਿੱਚ ਕੋਈ ਮੌਤ ਹੋ ਗਈ, ਉਹਨਾਂ ਨੂੰ ਉੱਧਰ ਜਾਣਾ ਪਿਆ। ਮੈਂ ਬੇਨਤੀ ਕਰਾਂ, ਇਸ ਸੰਸਾਰ ਤੇ ਕੋਈ ਕਹਿੰਦਾ ਕਿ ਬੰਦੂਕ ਬੜੀ ਤਾਕਤਵਰ ਹੈ, ਕੋਈ ਕਹਿੰਦਾ ਕਿ ਐਟਮ ਬੰਬ ਤੱਕ ਗੱਲਾਂ ਪਹੁੰਚ ਗਈਆਂ, ਪਰ ਸਭ ਤੋਂ ਵੱਧ ਹੈ ਤਾਕਤਵਰ ਮੌਤ। ਕਿ ਉਹ ਮੌਤ, ਜਿਸ ਮੌਤ ਦੇ ਨਾਲ ਲਾਮਾ ਲੈਣ ਦਾ ਸਾਹੇ ਦਾ ਦਿਨ ਇਨਸਾਨ ਘਰੋਂ ਲਿਖਾ ਕੇ ਆਉਂਦਾ। ਕਈ ਵਾਰੀ ਕੋਈ ਸੱਜਣ ਕਹਿੰਦੇ ਨੇ ਵੀ ਬੰਦਾ ਖਾਲੀ ਆਉਂਦਾ ਤਾਂ ਖਾਲੀ ਚਲਾ ਜਾਂਦਾ, ਪਰ ਅਸਲ ਦੇ ਵਿੱਚ ਬੰਦਾ ਦੋ ਚੀਜ਼ਾਂ ਨਾਲ ਲੈ ਕੇ ਆਉਂਦਾ ਤੇ ਦੋ ਚੀਜ਼ਾਂ ਨਾਲ ਲੈ ਕੇ ਜਾਂਦਾ। ਇੱਕ ਪੁਰਾਣੇ ਕੀਤੇ ਹੋਏ ਕਰਮਾਂ ਦਾ ਲੇਖਾ ਜੋਖਾ ਤੇ ਦੂਸਰਾ ਇੱਕ ਸਾਹੇ ਦੀ ਚਿੱਠੀ। ਉਹ ਸਮਾਂ, ਉਹ ਦਿਨ ਜਿਸ ਦਿਨ ਇਹਦੀਆਂ ਲਾਵਾਂ ਮਲਕਲ ਮੌਤ ਦੇ ਨਾਲ ਹੋ ਜਾਣੀਆਂ, ਪਰ ਸਾਡੇ ਮਨਾਂ ਦੇ ਵਿੱਚ ਫਿਰ ਵੀ ਇੱਕ ਭੁਲੇਖਾ ਰਹਿੰਦਾ। ਜੇ ਇਸ ਬਿਮਾਰੀ ਦਾ ਸਾਨੂੰ ਪਤਾ ਲੱਗ ਜਾਂਦਾ, ਹੋ ਸਕਦਾ ਅਸੀਂ ਉਹਨੂੰ ਮਰਨ ਨਾ ਦਿੰਦੇ। ਜੇ ਇਨਸਾਨ 10 ਮਿੰਟ ਇੱਧਰੋਂ ਲੇਟ ਹੋ ਜਾਂਦਾ ਨਾ, ਇੱਥੇ ਇਹ ਹਾਦਸਾ ਨਹੀਂ ਸੀ ਵਾਪਰਨਾ। ਪਰ ਇਤਿਹਾਸ ਗਵਾਹੀ ਭਰਦਾ ਕਿ ਜਿਨ੍ਹਾਂ ਸੱਜਣਾਂ ਨੂੰ ਦੱਸ ਦਿੱਤਾ ਗਿਆ ਕਿ ਇੰਨਵੇਂ ਦਿਨ ਤੁਹਾਡੀ ਮੌਤ ਹੋ ਜਾਣੀ ਆ, ਉਹ ਮੌਤ ਤੋਂ ਬਚ ਨਹੀਂ ਸਕੇ। ਇਹ ਮੌਤ ਬੜੀ ਡਾਢੀ ਹੈ। ਤਿੰਨ ਚੀਜ਼ਾਂ, ਇੱਕ ਸਮਾਂ, ਸਾਧਨ ਤੇ ਸਥਾਨ, ਜਦੋਂ ਇਕੱਠੇ ਹੋ ਜਾਂਦੇ ਨੇ ਫਿਰ ਇਨਸਾਨ ਦਾ ਆਖਰੀ ਸਮਾਂ ਆ ਜਾਂਦਾ ਹੈ। ਮੌਤ ਆ ਜਾਂਦੀ ਹੈ, ਉਹ ਹੋ ਕੇ ਰਹਿਣਾ ਕੋਈ ਵੀ ਰੋਕ ਨਹੀਂ ਸਕਦਾ। ਕਹਿੰਦੇ ਨੇ ਸਿਕੰਦਰ ਨੂੰ ਪਤਾ ਲੱਗ ਗਿਆ ਕਿ ਮੇਰੀ ਮੌਤ ਆ ਜਾਣੀ ਹੈ,
ਉਸਨੇ ਮਾਇਆ ਇਕੱਠੀ ਕੀਤੀ ਕਿ ਮਾਇਆ ਦੇ ਜ਼ੋਰ ਦੇ ਨਾਲ ਮੈਂ ਮੌਤ ਤੋਂ ਬਚ ਜਾਵਾਂ। ਮਾਇਆ ਕਹਿੰਦੀ ਮੈਂ ਕਦੇ ਵੀ ਲਵਾਰਸ ਨਹੀਂ ਹੋਈ। ਜੇ ਮੇਰਾ ਮਾਲਕ ਮਰ ਜਾਵੇ ਉਹਨੂੰ ਸਾਂਭਣ ਵਾਲਾ ਕੋਈ ਹੋਰ ਆ ਜਾਂਦਾ ਹੈ। ਸੁੰਦਰ ਔਰਤਾਂ ਇਕੱਠੀਆਂ ਕੀਤੀਆਂ। ਕੋਈ ਔਰਤ ਆਵੇ, ਕੋਈ ਸੁੰਦਰੀ ਆਵੇ ਮੇਰੀ ਜਗ੍ਹਾ ਮਰ ਜਾਵੇ, ਉਹ ਕਹਿੰਦੇ ਅਸੀਂ ਤੇਰੇ ਲਈ ਮਰ ਸਕਦੇ ਹਾਂ ਪਰ ਤੇਰੀ ਜਗ੍ਹਾ ਤੇ ਨਹੀਂ ਮਰ ਸਕਦੇ। ਕਹਿੰਦੇ ਨੇ ਰਾਜ ਦਾ ਬਹੁਤ ਵਧੀਆ ਵੈਦ ਮੰਗਵਾਇਆ, ਮੇਰੀ ਮੌਤ ਨਜ਼ਦੀਕ ਹੈ, ਇਹਦਾ ਇਲਾਜ ਕੀਤਾ ਜਾਵੇ। ਉਹ ਕਹਿੰਦਾ ਸੱਜਣਾ ਮੈਂ ਵੈਦ ਹਾਂ ਬਿਮਾਰੀਆਂ ਦਾ, ਮੈਂ ਬਿਮਾਰੀ ਦਾ ਇਲਾਜ ਕਰ ਸਕਦਾ ਪਰ ਮੌਤ ਦਾ ਇਲਾਜ ਮੇਰੇ ਕੋਲ ਵੀ ਨਹੀਂ। ਜੋ ਇਨਸਾਨ ਇਸ ਦੁਨੀਆ ਤੇ ਆ ਗਿਆ, ਚੰਗੀ ਕੋਠੀ ਕਿਸੇ ਦੇ ਹਿੱਸੇ ਆਵੇ ਨਾ ਆਵੇ, ਚੰਗੀ ਸੰਤਾਨ ਕਿਸੇ ਦੇ ਹਿੱਸੇ ਆਵੇ ਨਾ ਆਵੇ, ਪਰ ਮੌਤ ਹਰੇਕ ਨੂੰ ਆ ਕੇ ਰਹਿਣੀ ਹੈ ਜਿਹੜਾ ਜੀਵ ਇਸ ਦੁਨੀਆ ਤੇ ਇਸ ਸੰਸਾਰ ਤੇ ਪੈਦਾ ਹੋ ਗਿਆ। ਗਿਆਨੀ ਹਰਬੰਸ ਸਿੰਘ ਜੀ ਸੰਘੇੜਾ ਸਾਹਿਬ, ਉਹਨਾਂ ਨੇ ਹਾਜ਼ਰੀ ਲਗਾਉਣੀ ਸੀ, ਉਹਨਾਂ ਨੂੰ ਹੋਰ ਪਾਸੇ ਜਾਣਾ ਪਿਆ। ਉਹਨਾਂ ਦਾ ਹੀ ਬਹੁਤ ਬਹੁਤ ਧੰਨਵਾਦ। ਚੰਦਨ ਸਾਹਿਬ ਜਿਨ੍ਹਾਂ ਨੇ ਫੋਨ ਤੇ ਹਾਜ਼ਰੀ ਲਗਵਾਈ ਹੈ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਸਤਿਕਾਰਯੋਗ ਗਿਆਨੀ ਕੁਲਦੀਪ ਸਿੰਘ ਜੀ ਸੇਖੋਂ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਢਾਡੀ ਜਥਿਆਂ ਵੱਲੋਂ, ਸੰਗਤ ਵੱਲੋਂ ਤੇ ਸਮੁੱਚੇ ਪਰਿਵਾਰ ਵੱਲੋਂ ਜਿਨ੍ਹਾਂ ਨੇ ਇਸ ਦੁੱਖ ਦੀ ਘੜੀ ਦੇ ਵਿੱਚ ਬਹੁਤ ਹੀ ਪਰਿਵਾਰ ਦਾ ਸਾਥ ਦਿੱਤਾ। ਕਵੀਸ਼ਰ ਪਰਮਜੀਤ ਸਿੰਘ ਜੀ ਰੁੜਕਾ ਜੋ ਡਾਕਟਰ ਸਾਹਿਬ ਦੇ ਪੁਰਾਣੇ ਸਾਥੀ ਸਨ, ਜਦੋਂ ਉਹਨਾਂ ਨੇ ਇਸ ਸਫ਼ਰ ਦੀ ਸ਼ੁਰੂਆਤ ਕੀਤੀ, ਮੇਰੇ ਸਤਿਕਾਰਯੋਗ ਵੀਰ ਚਰਨਜੀਤ ਸਿੰਘ ਜੀ ਚਾਹਨ, ਪਰਮਜੀਤ ਸਿੰਘ ਜੀ, ਇਹ ਉਹਨਾਂ ਦਾ ਪੁਰਾਣਾ ਜਥਾ ਸੀ, ਪੁਰਾਣੇ ਸਾਥੀ ਨੇ। ਜਦੋਂ ਸਾਥੀ ਵਿਛੜਦਾ ਨਾ, ਹਜੇ ਪਰਿਵਾਰਕ ਮੈਂਬਰ ਕਿਤੇ ਧੋਖਾ ਦੇ ਜਾਵੇ, ਵਿਛੋੜਾ ਦੇ ਜਾਵੇ, ਸ਼ਾਇਦ ਇੰਨਾ ਦੁੱਖ ਨਹੀਂ ਹੁੰਦਾ। ਜਦੋਂ ਸਾਥੀ ਵਿਛੜਦਾ ਫਿਰ ਬਹੁਤ ਸੱਟ ਵੱਜਦੀ ਹੈ। ਉਹ ਵੀ ਸ਼ਾਮਲ ਹੋਏ ਨੇ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਗਿਆਨੀ ਕੁਲਦੀਪ ਸਿੰਘ ਜੀ ਰਸੀਆ ਚੱਕ ਮਗਲਾਣੀ, ਉਹ ਵੀ ਪਹੁੰਚੇ ਨੇ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਪਰਮੇਸ਼ਰ ਸਿੰਘ ਜੀ ਭੋਗਲ ਸਾਹਿਬ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਗਿਆਨੀ ਸਵਰਨ ਸਿੰਘ ਜੀ ਮਹੇੜੂ ਸਾਹਿਬ, ਦਾਸ ਦੇ ਉਸਤਾਦ ਜੀ ਨੇ, ਉਹਨਾਂ ਨੇ ਸੰਗਤਾਂ ਦੇ ਦਰਸ਼ਨ ਕਰਨੇ ਸਨ, ਇੱਥੇ ਆ ਕੇ ਹਾਜ਼ਰੀ ਲਗਾਉਣੀ ਸੀ, ਪਰ ਜਿਹੜਾ ਸਰੀਰ ਹੈ ਨਾ ਇਹਦੇ ਵਿੱਚੋਂ ਦੁੱਖ ਨਿਕਲਦੇ ਨਹੀਂ। ਸਵੇਰੇ 3 ਵਜੇ ਉਹਨਾਂ ਨੂੰ ਹਾਰਟ ਅਟੈਕ ਆ ਗਿਆ, ਉਹਨਾਂ ਨੂੰ ਹਸਪਤਾਲ ਲਿਜਾਣਾ ਪਿਆ। ਉਹਨਾਂ ਨੇ ਫੋਨ ਕਰਕੇ 10 ਦੀ ਡਿਊਟੀ ਲਾਈ। ਮੈਂ ਕਿਹਾ ਮੈਂ ਜਾਣਾ ਹੈ, ਕਹਿੰਦੇ ਫਿਰ ਮੇਰੀ ਜਗ੍ਹਾ ਵੀ ਹਾਜ਼ਰੀ ਲਵਾ ਦੇਣੀ। ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਢਾਡੀ ਸੁਰਜੀਤ ਸਿੰਘ ਜੀ ਉਦੇਸੀਆਂ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਡਾਕਟਰ ਮੱਖਣ ਸਿੰਘ ਜੀ ਜਮਸ਼ੇਦ ਖਾਸ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਕਵੀਸ਼ਰ ਮਹਿੰਦਰ ਸਿੰਘ ਜੀ ਜੰਡੂ ਸਿੰਘਾ, ਉਹ ਵੀ ਪਹੁੰਚੇ ਨੇ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਹੁਣ ਵੀ ਬੇਨਤੀ ਕਰਾਂਗਾ ਗਿਆਨੀ ਚਰਨਜੀਤ ਸਿੰਘ ਚੰਦ ਉਹ ਸਟੇਜ ਤੇ ਆਉਣ ਅਤੇ ਪਰਿਵਾਰ ਦੇ ਨਾਲ ਦੋ ਸ਼ਬਦ ਸਾਂਝੇ ਕਰਨ। कोई जग हम आए जगत में, जग हंसे हम रोए, ऐसी करनी करते लोग हम हंसे जग रोए। दरिया में कन्ने बगला बैठा की करे, पीर करेंदे हैं जिन्हों जनते बाज पे किस रब दे केला मिसरियां, जो मन कितने ते सब सो गाली रब की होनी हार पटावे केड़ा कहेगा सच सियाने, बारों बार इस होनी ने जन संधू रह जाने, होनी सामने बाजी हारदी पै जाते तनकाने। बहुत ही पतवंत सज्जन विद्वान सज्जन बैठे हो। ये दुनिया के विच चार महान ताकतां ने, अकल, इलम, मौत और माया। अकल कहे मैं सब तो वड्डी मैं गचक तेरी लड़दी, इलम कहे मैं सब तो वड्डा मैं खबर दे पर पादी, माया कहे मैं सब तो वड्डी मेरा खलकत पानी भरदी, पर मौत कहे तू सारी झूठे मैं जो आया सो कर दी। मौत अटाला एक सच्चाई है जी हर एक इंसान को होनी है। जिवें वीर जी दस्या सुखबीर वीर जी होना ने सियाणे कहते रुतबा यार का वध भरा नालों सच आखदे ज्ञानी जानंद। जिहड़ी सीक्रेसी असीं भरावां नाल नहीं कर सकते वो यार दोस्तां कर सकते। नाले तकरीबन 12 साल असीं इकट्ठे रहे हैं, साडे विच कदी तू मैं नहीं हुई सी,
ਭਾਵੇਂ ਉਸਨੇ ਅੱਜ ਆਪਣਾ ਢਾਡੀ ਜੱਥਾ ਬਣਾ ਲਿਆ, ਮੈਂ ਹੋਏ ਆਪਣਾ ਕਵਿਸ਼ੀ ਜੱਥਾ ਰੱਖਿਆ, ਕਿਉਂਕਿ ਉਹ ਮੇਰੇ ਨਾਲ ਆ ਕੇ ਇਸ ਮੰਜ਼ਿਲ ਵੱਲ ਵਧੇ, ਕਿਉਂਕਿ ਪਹਿਲਾਂ ਉਹ ਗਰੁੱਪ ਪਾਉਂਦੇ ਸਨ ਤੇ ਉਹ ਜਦੋਂ ਮੇਰੇ ਜੱਥੇ ਤੋਂ ਅੱਡ ਹੋਏ, ਕਿਉਂਕਿ ਭਰਾ ਵੀ ਅੱਡ ਹੋ ਜਾਂਦੇ ਨੇ, ਕਿਉਂਕਿ ਉਹਨੇ ਢਾਡੀ ਜੱਥਾ ਬਣਾ ਲਿਆ ਸੀ, ਮੈਂ ਕਵਿਸ਼ੀ ਰੱਖਿਆ ਆਪਣਾ ਜੱਥਾ ਤੇ ਉਸ ਤੋਂ ਬਾਅਦ ਮੈਨੂੰ ਰੈਕਟਰ ਕਰਨ ਦਾ ਸੁਭਾਅ ਪ੍ਰਾਪਤ ਹੋਇਆ। ਭਾਵੇਂ ਮੇਰੇ ਨਾਲ ਪਵਿੱਤਰ ਸਿੰਘ ਭਾਈ ਅਮਰ ਸਿੰਘ ਆਏ ਜਾਂ ਜਿਹੜੇ ਉਹਨੇ ਦੇਸ਼ਾਂ ਤੋਂ ਆਏ ਨੇ। ਗਾਉਣਾ ਇੱਕ ਵੱਖਰੀ ਗੱਲ ਹੈ, ਜਿਹੜੀ ਇੱਕ ਪਰਿਵਾਰਕ ਸਾਂਝ ਹੈ, ਵੱਖਰੀ ਗੱਲ ਹੈ। ਸਾਧ ਸੰਗਤ ਦੀ ਮਰਨਾ ਹਰ ਇੱਕ ਇਨਸਾਨ ਨੇ, ਜਿਹੜੀ ਨੇਕੀ ਤੇ ਧਰਮ ਸੱਚਾਈ ਕਰਕੇ ਇਨਸਾਨ ਮਰਦਾ ਹੈ, ਉਹਨੂੰ ਲੋਕ ਸਦਾ ਯਾਦ ਰੱਖਦੇ ਨੇ। ਅੱਜ ਉਹ ਭਾਵੇਂ ਸਾਡੇ 2 ਬੱਚੀਆਂ, ਸਾਡਾ ਬੱਚਾ, ਸਾਡੀ ਭੈਣ ਪਰਮਿੰਦਰ ਕੌਰ, ਸਾਡੇ ਵਿੱਚ ਇਹ ਨਹੀਂ ਸੀ ਕਦੀ ਵੀ ਕੋਈ ਘਰ ਦੀ ਸੀਕ੍ਰੇਸੀ ਨਾ ਹੋਈ ਹੋਵੇ। ਮੈਂ ਕਈ ਵਾਰੀ ਅਪਸੈਟ ਹੋ ਜਾਣਾ ਤੇ ਮੈਨੂੰ ਉਹਨੇ ਹੌਸਲਾ ਦੇਣਾ, ਕਹਿਣਾ ਆਪਣੇ ਗਲੇ ਵਿੱਚ ਦਮ ਹੋਣਾ ਚਾਹੀਦਾ, ਪਰਵਾਹ ਨਾ ਕਰ, ਮੈਂ ਤੇਰੇ ਨਾਲ ਹੈ। ਸੋ ਗੱਲਾਂ ਬਹੁਤ ਕੀਤੀਆਂ ਜਾ ਸਕਦੀਆਂ। ਵਿਦਵਾਨ ਹੀਰਾ, ਜਿਵੇਂ ਮੇਰੇ ਸਤਿਕਾਰਯੋਗ ਸਰਦਾਰ ਉੱਪਰ ਵਾਲੇ ਭਾਈ ਹਰਜੀਤ ਸਿੰਘ ਜੀ, ਬਹੁਤ ਸਟੇਜਾਂ 'ਤੇ ਉਹਨਾਂ ਨਾਲ ਮਿਲਾਪ ਹੋਇਆ ਹੈ। ਇਹ ਕਹਿੰਦੇ ਹੀਰਾ ਇੱਕ ਖੁਸ਼ੀ ਹੈ ਸਾਡੇ ਕੋਲ। ਹੀਰਾ ਉਹ ਹੁੰਦਾ ਜਿਹੜਾ ਲਾਲ ਵੀ ਕੱਚਾ ਤੇ ਮਣਕਾ ਵੀ ਕੱਚਦਾ, ਇੱਕੋ ਹੈ ਰੰਗ ਦੋਹਾਂ ਦਾ, ਜਾਂ ਮੁੱਲ ਪਾਇਆ ਸਰਾਫ ਨੇ ਦਾ ਫਰਕ ਪਿਆਸਾ ਕੋਹਾਂ ਦਾ। ਉਹਨਾਂ ਨੇ ਬਹੁਤ ਵਧੀਆ ਐਗਜ਼ੈਂਪਲਾਂ, ਬਹੁਤ ਵਧੀਆ ਉਦਾਹਰਨਾਂ ਦਿੱਤੀਆਂ ਕਿ ਜਿਸ ਵੇਲੇ ਬਾਬਾ ਬੁੱਢਾ ਜੀ ਅੰਤਮ ਸਮੇਂ ਉਹਨਾਂ ਦਾ ਸਮਾਂ ਆਇਆ ਤੇ ਉਹ ਗੁਰੂ ਹਰਗੋਬਿੰਦ ਮਹਾਰਾਜ ਦੀ ਗੋਦ ਵਿੱਚ ਮਰਾ ਦਿੰਦੇ ਸਨ। ਕਿੱਡੀ ਵੱਡੀ ਗੱਲ ਹੈ, ਕਿੱਡੀ ਕੁਰਬਾਨੀ ਦੀ ਗੱਲ ਹੈ। ਦੂਸਰੇ ਪਾਸੇ ਖਜ਼ਾਨੇ ਦੀ ਢਾਬ ਤੇ ਵਾਜਾ ਵਾਲੇ ਸਤਿਗੁਰਾਂ ਦੀ ਗੋਦ ਵਿੱਚ ਮਹਾਂਸਿੰਘ ਪਿਆ। ਇਹ ਸਿੱਖ ਧਰਮ ਦੀਆਂ ਐਗਜ਼ੈਂਪਲਾਂ ਨੇ। ਮੈਂ ਇੱਕ ਉਦਾਹਰਨ ਤੁਹਾਨੂੰ ਦਿੰਦਾ, ਤੁਸੀਂ ਸਾਰੇ ਮੇਰੇ ਤੋਂ ਸੂਝਵਾਨ ਹੋ। ਜਿਸ ਵੇਲੇ ਮਹਾਭਾਰਤ ਦੀ ਜੰਗ ਅੰਦਰ ਕੁਰੂਕਸ਼ੇਤਰ ਦੇ ਵਿੱਚ ਇੱਕ ਹੀਰਾ ਅੰਤਮ ਸਾਹਾਂ ਤੇ ਬੈਠਾ ਹੈ, ਉਹਦੇ ਕੋਲ ਚੱਲ ਕੇ ਆਪ ਕਿਸੇ ਭਗਵਾਨ ਗਏ। ਕਿਉਂ ਗਏ? ਕਿਉਂਕਿ ਉਹ ਸਵਾ ਮਣ ਸੋਨਾ ਦਾਨ ਕਰਿਆ ਕਰਦਾ ਸੀ, ਉਹਦਾ ਨਾਂ ਸੀ ਰਾਜਾ ਕਰਨ। ਜਿਸ ਵੇਲੇ ਅੰਤਮ ਸਾਹਾਂ ਤੇ ਅਰਜਨ ਨੂੰ ਕਹਿਣ ਲੱਗੇ, ਚੱਲ ਮੈਂ ਤੈਨੂੰ ਉਹ ਹੀਰਾ ਦਿਖਾਵਾਂ ਜਿਹੜਾ ਸਵਾ ਮਣ ਸੋਨਾ ਰੋਜ਼ ਦਾਨ ਕਰਿਆ ਕਰਦਾ ਸੀ, ਅੱਜ ਉਹ ਸਭ ਤੋਂ ਹੀਰਾ ਵਿਸਰ ਗਿਆ। ਜਦ ਉਸ ਵੇਲੇ ਗਏ ਉਹਦੇ ਕੋਲ ਚੱਲ ਕੇ ਆਪ ਭਗਵਾਨ ਕ੍ਰਿਸ਼ਨ ਤੇ ਅਰਜਨ ਨਾਲ ਕਹਿੰਦੇ ਵੀ ਤੂੰ ਹਰ ਰੋਜ਼ ਸਵਾ ਮਣ ਸੋਨਾ ਦਾਨ ਕਰਿਆ ਕਰਦਾ ਸੀ, ਅੱਜ ਤੇਰੇ ਕੋਲ ਵੀ ਦਾਨ ਕਰਨ ਵਾਸਤੇ ਕੁਛ ਹੈ? ਕਹਿੰਦਾ ਮਹਾਰਾਜ ਇਹ ਤਾਂ ਸਾਰੇ ਮੰਗਵੇਂ ਆ, ਮੈਂ ਕੀ ਦਾਨ ਕਰ ਸਕਦਾ? ਕਹਿੰਦੇ ਹੈ ਤੇਰੇ ਪਾਸ ਤੇ ਸੋਨੇ ਦੇ 2 ਦੰਦ ਲੱਗੇ ਹੋਏ ਹਨ, ਉਹ ਦਾਨ ਸਾਨੂੰ ਦੇ ਦੇ। ਮਹਾਰਾਜ ਮੇਰੇ ਤਾਂ ਸਾਹ ਵੀ ਵੇਲੇ ਆ ਰਹੇ, ਮੈਂ ਇੰਨਾ ਜ਼ਖਮੀ ਹੋਇਆ ਆਦਮੀ ਦੇ ਤੀਆਂ ਦੇ ਨਾਲ, ਘਾਇਲ ਹੋਇਆ ਪਿਆ ਗਾ, ਮੇਰੇ ਕੋਲ ਉੱਠ ਕੇ ਵੀ ਇਹ ਦੰਦ ਨਹੀਂ ਟੁੱਟ ਸਕਦੇ। ਕਹਿੰਦੇ ਆ ਬੱਟਾ ਲੱਗ ਗਿਆ, ਬੱਟੇ ਦਾ ਦੰਦ ਤੋੜ ਕੇ ਕਿਸੇ ਭਗਵਾਨ ਦੇ ਹੱਥ ਰੱਖੇ, ਉਹਨੂੰ ਸਤਿਨਾਮ ਸ੍ਰੀ ਵਾਹਿਗੁਰੂ। ਜਿੱਥੇ ਉਹ ਹੀਰਾ ਖੁਸ਼ੀਆ, ਉੱਥੇ ਸਾਡਾ ਬਲਵਾਨ ਹੀਰਾ ਵੀ ਗਿਆ। ਭਾਵੇਂ ਮੇਰੇ ਤੋਂ ਉਮਰ ਵਿੱਚ ਛੋਟੇ ਸਨ, ਪਰ ਖੇਤਰ ਵਿੱਚ ਸਾਰੇ ਖੇਤਰਾਂ ਦੇ ਬਾਈ ਜੀ ਸਖੀ ਉਹਨਾਂ ਦੱਸਿਆ ਕਿ ਡਾਕਟਰੀ ਦੀ ਲਾਈਨ ਵਿੱਚ ਵੀ ਉਹ ਬੜੇ ਮਾਹਰ ਸਨ। ਹਰ ਇੱਕ ਕੰਮ ਨੂੰ, ਜਿਸ ਵੀ ਕੰਮ ਨੂੰ ਉਹਨੇ ਲਿਆ, ਬੜੇ ਸਹੀ ਢੰਗ ਨਾਲ ਕੀਤਾ। ਬਹੁਤ ਵੱਡੀ ਉਹਨਾਂ ਵਿੱਚ ਨਿਮਰਤਾ ਸੀ। ਅੱਜ ਤੱਕ ਕਦੀ ਉਹਨਾਂ ਨੇ ਮੈਨੂੰ ਤੂੰ ਕਰਕੇ ਨਹੀਂ ਸੀ ਆਖਿਆ। ਤੁਸਾਂ ਸਿੰਘ ਜੀ ਸਾਡੇ ਪਰਿਵਾਰ ਨੂੰ ਉੱਥੇ ਬਹੁਤ ਘਾਟਾ ਪਿਆ, ਸਾਡੇ ਨਗਰ ਨੂੰ ਬਹੁਤ ਵੱਡਾ ਘਾਟਾ ਪਿਆ, ਸਾਡੀ ਸਾਰੀ ਕੌਮ ਨੂੰ, ਸਾਡੇ ਪੰਥ ਨੂੰ ਬਹੁਤ ਘਾਟਾ ਪਿਆ। ਕਿਉਂਕਿ ਇਹੋ ਜਿਹੇ ਹੀਰੇ ਵਿਦਵਾਨ ਗਿਣਵੇਂ ਚੁਣਵੇਂ ਹੋਇਆ ਕਰਦੇ ਨੇ, ਜਿਹੜੇ ਉਂਗਲਾਂ 'ਤੇ ਗਿਣੇ ਜਾ ਸਕਦੇ ਨੇ। ਬਹੁਤ ਦੁਨੀਆ ਦੇ ਜ਼ਿੰਦਗੀ ਦੀ ਮੰਜ਼ਿਲ ਵਿੱਚ ਬਹੁਤ ਸਾਰੇ ਇਨਸਾਨ ਮਿਲਦੇ ਹੈ, ਪਰ ਜੇ ਮੈਂ ਦਾਅਵੇ ਨਾ ਕਹਾਂ ਕਿ ਉਹਨਾਂ ਸਾਰੇ ਵਿੱਚੋਂ ਇੱਕ ਸੀ। ਠੀਕ ਹੈ, ਭਾਈ ਅਮਰ ਸਿੰਘ ਜੀ ਵੀ ਬਹੁਤ ਲੰਮੇ ਸਾਲ ਰਹੇ ਮੇਰੇ ਨਾਲ, ਹੋਰ ਵੀ ਭਾਈ ਪਰਮਜੀਤ ਸਿੰਘ ਜੀ ਆਪਾਂ ਲੰਮਾ ਸਾਲ ਜਦੋਂ ਅਸੀਂ ਇੰਗਲੈਂਡ ਵਿੱਚ ਗਏ ਤਾਂ ਭਾਈ ਮਿੱਤਰ ਸਿੰਘ ਵੀ ਮਿਲੇ, ਉਹ ਸਾਰੇ ਇਕੱਠੇ ਉੱਥੇ ਇੰਗਲੈਂਡ ਵਿੱਚ ਗਏ। ਇਹ ਸਾਰਾ ਕੁਛ ਵੀ ਰੇਡੀਓ ਟੈਲੀਵਿਜ਼ਨ ਅਤੇ ਟੈਸਟਾਂ ਜੋ ਵੀ ਸੀਡੀਆਂ ਕਰਵਾਈਆਂ, ਸਾਰੀ ਇਹਦੀ ਬਦੌਲਤ ਹੋਈਆਂ। ਕਿਉਂਕਿ ਮੈਂ ਤਾਂ ਅਣਜਾਣ ਤੇ ਗੁਨਾਹਗਾਰ ਹਾਂ, ਕੋਈ ਇਤਿਹਾਸ ਦੀ ਖੋਜ ਨਹੀਂ, ਵਿਦਿਆ ਦੇ ਵਿੱਚ ਮਾਹਰ ਨਹੀਂ, ਮੈਂ ਲਿਖਣੇ ਦੀ ਵੀ ਸੋਚ ਨਹੀਂ। ਕੱਲ ਮਨ ਬਾਣੀ ਕੰਬੀ ਜਾਵੇ, ਇਸ ਵਿੱਚ ਹੌਸਲਾ ਭਰਦੇ ਵੀ ਕਵਿਤਾ ਦਾ ਗੋਂਦਾ ਗੁਲਦਸਤਾ ਭਰਦਾ ਜੇ ਵਰਦਾ ਨੇ। ਇਹ ਵੀ ਗੋਡ ਗਿਫਟ ਹੈ। ਜੇ ਮੈਂ ਆਪਣੇ ਆਪ ਨੂੰ ਕਹਾਂ ਕਿ ਮੈਨੂੰ ਇਹ ਲਿਖਣ ਦੀ ਦਾਤ ਵਾਹਿਗੁਰੂ ਨੇ ਬਖਸ਼ੀ, ਨਹੀਂ, ਇਹ ਪਰਮਾਤਮਾ ਦੀ ਦੇਣ ਹੈ। ਖੋ ਮੈਂ ਲੰਮਾ ਨਾ ਜਾਵਾਂ, ਗਾਉਣਾ ਹੱਸਣਾ ਖੇਡਣਾ ਮੁੱਕ ਜਾਊ, ਸਾਹ ਜ਼ਿੰਦਗੀ ਦਾ ਜਦੋਂ ਟੁੱਟ ਜਾਣਾ, ਉਦੋਂ ਕੋਈ ਦਵਾਈ ਨਾ ਕਰੂ ਫਾਇਦਾ, ਜਦੋਂ ਕਾਲ ਨੇ ਗਲੇ ਨੂੰ ਘੁੱਟ ਜਾਣਾ। ਰੁੜ ਕੇ ਵਾਲਿਆ ਰਾਮ ਦਾ ਨਾਮ ਲੈ ਰਿਹਾ, ਇਸ ਦੁਨੀਆ ਦੇ ਛੱਡ ਦੇ ਕੋਲੇ ਝੇਰੇ, ਇਹ ਜੱਗ ਸਮੇਂ ਮੁਸਾਫਰਾਂ ਦੀ ਕਰਨੇ ਅੱਜ ਕੱਲ੍ਹ ਨੂੰ ਕੂਚਦੇ। ਮੂਸਾ ਪੈਗੰਬਰ ਹੋਇਆ, ਉਹਨੂੰ ਕਹਿੰਦੇ ਵੀ ਤੈਨੂੰ ਇਸ ਪੇਪਰ ਦੇ ਨਾਲ ਬੰਨ੍ਹ ਕੇ ਸੂਈ 'ਤੇ ਚੜਾਉਣਾ। ਉਹ ਕਹਿੰਦਾ ਆਪਾਂ ਪੇਪਰ 'ਤੇ ਲੱਗੇ ਨਹੀਂ ਜਾਣਾ, ਕਿੱਥੇ ਚਲੇ ਗਿਆ? ਕੋਈ ਤੂੰ ਪਰ ਉੱਥੇ ਜਾ ਚੜਿਆ।
ਕੋਹਿਨੂਰ ਪਰਬਤ ਤੇ ਜਾ ਚੜਿਆ। ਅਚਾਨਕ ਉਸ ਪਰਬਤ ਨੂੰ ਅੱਗ ਲੱਗੀ। ਫਿਰ ਭੱਜਿਆ ਥੱਲੇ ਜਾਨੂੰ ਉਹਦਾ ਚਿੱਤਾ ਭੁੱਲ ਗਿਆ। ਜਦ ਉੱਥੇ ਆਇਆ ਉਹੀ ਪਿੱਪਲ ਤੇ ਹੋਈ ਹੋਣੀ। ਮੂਸਾ ਭੱਜਾ ਮੌਤ ਦੇ ਕੋਲ ਜਾ ਚੜਿਆ ਕੋਹਿਨੂਰ। ਉਹੀ ਘੜੀ ਤੇ ਉਹੀ ਪਿੱਪਲ ਘੇਰਾ ਹੋਣੀ ਹੂਰ। ਦਹਿਸ਼ਤ ਤੇ ਜਰਮਾਨਿਆਂ ਦੀ ਲੋਕੀ ਵਹਿੰਦੇ ਹੀ ਡਰਦੇ ਹੀ ਸਹਿ ਜਾਣਗੇ। ਹੰਸਾ ਕੇਰ ਕਲਿਆ ਬਾਜ ਚਿੰਤੇ ਪੈ ਜਾਣਗੇ। ਮੇਰੀ ਮੇਰੀ ਨਾ ਕਰ ਮੇਰੀ 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 ਕੌਰੋ ਕਰਦੇ ਦਰਜੋਂ ਦੇ ਭਾਈ। 12 ਜੂਝੇ ਸ਼ਕਲ ਤੇ ਲੈਂਦਾ ਦੇਹੀ ਗੱਜ ਲਖਾਈ। ਦਹਿਸ਼ਤ ਜਰਮਾਨੇ ਦੀ ਲੋਕੀ ਡਰਦੇ ਸਹਿ ਜਾਣਗੇ। ਹੰਸਾ ਕੇਰ ਕਲਿਆ ਬਾਜ ਚਿੰਤੇ ਪੈ ਜਾਣਗੇ। ਚੰਨ ਛੁਪਿਆ ਜਾਂ ਵਿੱਚ ਬਦਲਾਂ ਦੇ ਤਾਰੇ ਵਹਿੰਦੇ ਰਹਿ ਜਾਣਗੇ। ਅੱਜ ਉਹ ਸਭ ਚੰਨ ਛੁਪ ਗਿਆ ਜਿਹਦੀਆਂ ਕਿਰਨਾਂ ਨੇ ਸਾਰਾ ਜੱਗ ਨੂੰ ਛਿਲਾ ਦੇਣਾ ਸੀ। ਤੋ ਹੋਣੀ ਜਿਹੜੀ ਟੱਲ ਹੈ ਹੋਣੀ ਵਰਤਦੀ ਆਈ ਧੁੱਪੋਂ। ਹੋਣੀ ਵਰਤ ਗਈ ਰਾਜਿਆਂ ਰਾਣਿਆਂ ਤੇ ਜਿਹੜਾ ਛੱਡਣਾ ਪਿਆ ਸੀ ਅਨੰਦਪੁਰ ਦਾ। ਆਖੇ ਦਾ ਕੇਵਾ ਜਰਵਾਣਿਆਂ ਦੇ ਮਾਤਾ ਗੁਜਰੀ ਤੇ ਵਰਤ ਗਈ ਜਦੋਂ ਹੋਣੀ ਦਾਦੀ ਪੋਤਿਆਂ ਨੂੰ ਸੀਨੇ ਨਾਲ ਡਾਲਿਆ ਸੀ। ਮੌਜੀ ਉਹਨਾਂ ਨੂੰ ਕੌਣ ਬਚਾ ਸਕਦਾ ਜਦੋਂ ਘੇਰਾ ਹੋਣੀ ਨੇ ਪਾ ਲਿਆ ਸੀ। ਸੋ ਸਭਨਾ ਸਹੁਰੇ ਬੰਦਿਆਂ ਸਾਹਮਣੇ ਕਰਾਉਣ ਹਾਰ ਕੋਈ ਇਨਸਾਨ ਐਸਾ ਨਹੀਂ ਕਿ ਜਿਹੜਾ ਇਸ ਜੱਗ ਦੇ ਨੇ ਜਾਂ ਰਹਿਣ ਵਾਲੀ ਚੀਜ਼ ਕੁਛ ਹੈ ਨਹੀਂ। ਕਿਉਂਕਿ ਜਦੋਂ ਇਸ ਮਾਤ ਲੋਕ ਦੇ ਐਵੇਂ ਹੈ ਤੇ ਉਦੋਂ ਇਹ ਦੱਸਿਆ ਜਾਂਦਾ ਕਿ ਮਰਨ ਲਿਖਾਏ ਮੰਡਲ ਮਿਲਾਏ। ਤੋ ਮੈਂ ਇਹੀ ਮਹਾਰਾਜ ਦੇ ਚਰਨਾਂ 'ਚ ਨਿਮਰਤਾ ਸਹਿਤ ਅਰਦਾਸ ਕਰਦਾ ਕਿ ਸੱਚੇ ਪਾਤਸ਼ਾਹ ਜਦੋਂ ਆਪਾਂ ਕਿਸੇ ਫਲ ਨਾਲ ਦਰਖਤ ਨੂੰ ਪੱਤਾ ਤੋੜਦੇ ਹਾਂ ਉਹ ਵੀ ਸਿਮ ਲਾਏ। ਦਿਲ ਤਾਂ ਭਰ ਭਰ ਹੁੰਦਾ ਹੈ ਕਿਉਂਕਿ ਮਜਬੂਰੀ ਹੈ। ਅਸੀਂ ਉਹਦੀ ਸਾਨੂੰ ਘਾਟ ਉਹਦੀ ਪੂਰੀ ਨਹੀਂ ਹੋ ਸਕਦੀ। ਮਹਾਰਾਜ ਦੇ ਚਰਨਾਂ ਨੂੰ ਮਹਾਰਾਜ ਉਹਦੀ ਆਤਮਾ ਨੂੰ ਸ਼ਾਂਤੀ ਦੇਣ। ਸਾਰੇ ਪਰਿਵਾਰ ਨੂੰ ਭਾਣਾ ਬਲ ਦਾ ਬਲ ਬਖਸ਼ਣ। ਇਹੀ ਮੇਰੀ ਸੱਚੀ ਅਰਦਾਸ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਚੰਦ ਸਾਹਿਬ। ਗਿਆਨੀ ਅਮਨਦੀਪ ਸਿੰਘ ਜੀ ਅਮਨ ਉਹ ਵੀ ਬਹੁਤ ਸਾਰਾ ਸਮਾਂ ਡਾਕਟਰ ਸਾਹਿਬ ਦੇ ਸਾਥੀ ਰਹੇ ਨੇ। ਉਹ ਵੀ ਇਸ ਦੁੱਖ ਦੀ ਘੜੀ ਦੇ ਵਿੱਚ ਪਹੁੰਚੇ ਨੇ। ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਰਾਣਾ ਸੰਧੂ ਉਹ ਵੀ ਪਹੁੰਚੇ ਨੇ। ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਹੁਣ ਮੈਂ ਬੇਨਤੀ ਕਰਾਂ ਗਿਆਨੀ ਹਰਜੀਤ ਸਿੰਘ ਜੀ ਕਿਉਂਕਿ ਡਾਕਟਰ ਸਾਹਿਬ ਇਕੱਲੇ ਇਸੇ ਪਰਿਵਾਰ ਦੇ ਮੈਂਬਰ ਨਹੀਂ ਸਨ। ਉਹ ਇੱਕ ਸਿੱਖ ਪੰਥ ਦੇ ਮੈਂਬਰ ਸਨ। ਪ੍ਰਚਾਰ ਰਾਹੀਂ ਬਹੁਤ ਸਾਰਾ ਸਮਾਂ ਉਹਨਾਂ ਨੇ ਸੰਗਤਾਂ ਦੀ ਸੇਵਾ ਕੀਤੀ। ਢਾਡੀ ਪ੍ਰਚਾਰਕ ਹੋਣ ਦੇ ਨਾਤੇ ਉਹਨਾਂ ਦਾ ਮਾਣ ਸਨਮਾਨ ਉਹਨਾਂ ਦੇ ਬੇਟੇ ਨੂੰ ਅਰਪਿਤ ਕੀਤਾ ਜਾਵੇਗਾ। ਮੈਂ ਬੇਨਤੀ ਕਰਾਂ ਗਿਆਨੀ ਹਰਜੀਤ ਸਿੰਘ ਜੀ ਸੁਲਤਾਨਪੁਰ ਸਾਹਿਬ ਵਾਲਿਆਂ ਨੂੰ ਉਸ ਸਟੇਜ ਤੇ ਆਉਣ ਤੇ ਬੇਨਤੀ ਕਰਾਂ ਬੇਟਾ ਹਰਵਿੰਦਰ ਸਿੰਘ ਜੀ ਉਹ ਵੀ ਸਟੇਜ ਤੇ ਆਉਣ। ਤਾਂ ਮੈਂ ਬੇਨਤੀ ਕਰਾਂ ਜਿੰਨੇ ਵੀ ਢਾਡੀ ਸਿੰਘ ਕਵੀਸ਼ਰ ਸਾਹਿਬਾਨ ਪਹੁੰਚੇ ਹੋਏ ਨੇ ਉਹ ਸਟੇਜ ਤੇ ਆ ਜਾਣ ਤਾਂ ਕਿ ਸਮੁੱਚੀ ਕੌਮ ਵੱਲੋਂ ਆਪਾਂ ਮਾਣ ਸਨਮਾਨ ਕਰਨਾ। ਸਾਰਿਆਂ ਨੂੰ ਬੇਨਤੀ ਹੈ ਕਿ ਸਮੁੱਚੇ ਢਾਡੀ ਸਾਹਿਬਾਨ ਕਵੀਸ਼ਰ ਸਾਹਿਬਾਨ ਉਸ ਸਟੇਜ ਤੇ ਆ ਜਾਣ। ਹੁਣ ਮੈਂ ਬੇਨਤੀ ਕਰਾਂ ਬੇਟਾ ਹਰਪਿੰਦਰ ਸਿੰਘ ਜੀ ਉਹਨਾਂ ਨੇ ਆਏ ਹੋਏ ਸੱਜਣਾਂ ਦਾ ਧੰਨਵਾਦ ਵੀ ਕਰਨਾ ਕਿ ਅਤੇ ਕੁਝ ਆਪਣੇ ਮਨ ਦੇ ਲਫ਼ਜ਼ ਵੀ ਸਾਂਝੇ ਕਰਨੇ। ਮੈਂ ਬੇਨਤੀ ਕਰਾਂ ਇੱਕ ਵਾਰ ਸਟੇਜ ਤੇ ਆ ਕੇ ਉਹ ਆਪਣੀ ਸਾਂਝ ਪਾਉਣ। ਜਿੰਨੀ ਵੀ ਦੇਣੀ ਜ਼ਿੰਦਗੀ ਦਾ ਅਹਿਸਾਸ ਦੇਣੀ। ਜਿੰਨੀ ਵੀ ਦੇਣੀ ਜ਼ਿੰਦਗੀ ਦਾ ਅਹਿਸਾਸ ਦੇਣੀ। ਥੋੜੀ ਤੋਂ ਥੋੜੀ ਭੁੱਖ ਬਹੁਤੀ ਤੋਂ ਬਹੁਤੀ ਪਿਆਸ ਦੇਣੀ। ਸੁੱਖ ਵਿੱਚ ਤਰਲਾ ਤੇ ਦੁੱਖ ਤੋਂ ਇਨਕਾਰ ਨਹੀਂ। ਸੁੱਖ ਵਿੱਚ ਤਰਲਾ ਤੇ ਦੁੱਖ ਵਿੱਚ ਇਨਕਾਰ ਨਹੀਂ। ਪਰ ਦੁੱਖ ਵਿੱਚ ਸ਼ਿਕਵੇ ਦੀ ਥਾਂ ਤੇ ਜਿਗਰਾ ਦੇਈ ਤਰਵਾਸ ਦੇਈ। ਜਿਗਰਾ ਦੇਈ ਤੇ ਤਰਵਾਸ ਦੇਈ। ਅੱਜ ਜਸਵੰਤ ਜ਼ਫਰ ਦੀਆਂ ਇਹ ਲਾਈਨਾਂ ਕਈ ਵਾਰ ਪੜ੍ਹ ਲੈਂਦੇ ਹਾਂ ਪਰ ਸਮਝ ਨਹੀਂ ਆਉਂਦੀਆਂ ਜਦੋਂ ਤੁਹਾਡੇ ਤੇ ਹੁੰਦੀਆਂ। ਸੋ ਤੁਹਾਡੇ ਸਾਰਿਆਂ ਦੀ ਹਾਜ਼ਰੀ ਉਹਨਾਂ ਦੇ ਨਾਲ ਬਿਤਾਇਆ ਸਮਾਂ ਤੇ ਪਿਆਰ ਵਿੱਚੋਂ ਝੱਕਦਾ। ਸੋ ਮੇਰਾ ਤਾਂ ਮਨ ਬੜਾ ਭਰਿਆ ਬਟ ਫਿਰ ਵੀ ਮੈਨੂੰ ਉਹਨਾਂ ਨੇ ਇਸ
ਗੁਰੂ ਘਰੋਂ ਮੈਨੂੰ ਬੜਾ ਉਹਨਾਂ ਨੇ ਕਹਿਣਾ ਕੁਛ ਸਿੱਖ ਲਾ ਮੇਰੇ ਤੋਂ, ਕੁਛ ਸਿੱਖ ਲਾ, ਕਦੇ ਨਾ ਕਦੇ ਕੰਮ ਆ ਜਾਂਦਾ। ਇਹ ਨਹੀਂ ਪਤਾ ਸੀ ਅੱਜ ਇੱਥੇ ਕੰਮ ਆ ਜਾਣ। ਸੋ ਮੈਂ ਇੱਕ ਆਖਰੀ ਕਵਿਤਾ ਕਹਿਣੀ ਹੈ ਕਿ ਖੁਸ਼ ਦਿਲ ਅੱਜ ਖੁਸ਼ ਨਹੀਂ ਹੈ, ਵਿੱਚ ਰੁੜ ਕੇ ਤੇਰੇ ਬਿਨਾ ਕੁਝ ਨਹੀਂ ਹੈ। ਤੇਰੇ ਹਾਸੇ ਜੁਮਲੇ ਯਾਦ ਕਰਾਂ ਤੈਨੂੰ ਬੈਠਾ ਥਈਆਂ ਤੋਂ ਟੋਲਦਾ ਹਾਂ, ਅੱਜ ਵੀ ਉਹਨਾਂ ਖੁਸ਼ ਹੋਵੀ ਮੈਂ ਕਵਿਤਾ ਇੱਕ ਆਖਰੀ ਬੋਲਦਾ ਹਾਂ। ਸੋ ਮੇਰੇ ਕੋਲ ਜ਼ਿਆਦਾ ਗੱਲਾਂ ਨਹੀਂ ਹੋਣੀਆਂ, ਆਓ ਜਰਾ ਆਪਣਾ ਧਿਆਨ ਚਮਕੌਰ ਦੀ ਗੜੀ ਵੱਲ ਲੈ ਚਲੋ। ਮੈਂ ਸ਼ਹੀਦੀ ਦੀ ਕਵਿਤਾ ਕਹਿ ਕੇ ਫਤਿਹ ਬੁਲਾ ਦੇਣੀ ਆ, ਸਮਾਂ ਅੱਗੇ ਹੀ, ਕਿਉਂਕਿ ਮੇਰੇ ਪਿਤਾ ਜੀ ਵੀ ਬੜੇ ਸਮੇਂ ਦੇ ਪਾਬੰਦ ਸਨ, ਪਰ ਫਿਰ ਵੀ ਅੱਜ ਸਾਰਿਆਂ ਦੇ ਮਨਾਂ ਦੇ ਬਲਬਲੇ ਸਾਂਝੇ ਕਰਦੇ ਕਰਦੇ ਸਮਾਂ ਬਹੁਤ ਹੋ ਗਿਆ। ਸੋ ਮੈਂ ਜ਼ਿਆਦਾ ਸਮਾਂ ਨਹੀਂ ਲੈਣਾ, ਆਓ ਜਰਾ ਆਪਣਾ ਧਿਆਨ ਚਮਕੌਰ ਦੀ ਗੜੀ ਵਿੱਚ ਲੈ ਚਲੋ। ਲੈਕਚਰ ਕਵਿਤਾ ਆਪਣਾ ਆਪ ਕਰੂਗੀ। ਇਹ ਕਵਿਤਾ ਸੁਣ ਕੇ ਬੜਾ ਖੁਸ਼ ਹੁੰਦੇ ਸੀ ਤੇ ਬਹੁਤ ਵਾਰ ਕਹਿਣਾ ਕਿ ਇੱਕ ਦੀ ਕਵਿਤਾ ਯਾਦ ਰੱਖਿਆ ਕਰ, ਕਦੇ ਨਾ ਕਦੇ ਕੰਮ ਆ ਜਾਂਦੀ ਹੈ। ਸੋ ਗੱਲਾਂ ਹੁਣ ਕਿਤੇ ਨਾ ਕਿਤੇ ਜ਼ਿੰਦਗੀ ਦੇ ਵਿੱਚ ਯਾਦ ਹੁੰਦੀਆਂ, ਉਹ ਵਾਪਰਦੀਆਂ ਤੇ ਫਿਰ ਬੰਦੇ ਨੂੰ ਪਤਾ ਲੱਗਦਾ ਕਿ ਹੌਲੀ ਹੌਲੀ ਸਰਕਾਰ ਨੇ ਗੜੀ ਵਿੱਚੋਂ ਦੇ ਥਾਪੜਾ, ਸਿੰਘ ਸਰਦਾਰ ਤੋਰੇ। ਵੇਲਾ ਹੋ ਗਿਆ ਜਥਾ ਜਦ ਜਥੇ ਵਿੱਚੋਂ ਇੱਕ ਇੱਕ ਕਰ ਜਥੇਦਾਰ ਤੋਰੇ। ਅਰਦਲ ਵਿੱਚ ਬਸ 5 ਸਿੰਘ ਰਹਿ ਗਏ, ਬਾਕੀ 94 ਸਿਪਾਹ ਸਲਾਰ ਤੋਰੇ। ਵੀ ਪੈ ਗਏ ਸਿੰਘਾਂ ਨੂੰ ਸੋਚੀ ਜਦ ਪਾਤਸ਼ਾਹ ਨੇ ਵਾਰੀ ਨਾਲ ਅਜੀਤ ਜੁਝਾਰ ਤੋਰੇ। ਕਿਹਾ ਸਿੰਘਾਂ ਆਇਆ ਹਨੇਰ ਭਾਵੇਂ ਵਹਿੰਦੇ ਵਹਿੰਦਿਆਂ ਚਾਨਣਾ ਚਾੜ ਬਈਏ। ਬਈ ਆਈ ਖਿਜ਼ਾਂ ਤਾਂ ਕਿਤੇ ਬਹਾਰਿਆ ਸੀ, ਮੁੱਢੋਂ ਬਾਗ ਨਾ ਕਿਤੇ ਅਜਾੜ ਬਈਏ। ਹੋ ਕੇ ਕੋਲ ਹਜ਼ੂਰ ਦੇ ਕਹਿਣ ਲੱਗੇ ਦਾਤਾ, ਵਕਤ ਸੰਭਾਲਣਾ ਚਾਹੀਦਾ ਹੈ। ਅੰਗ ਪਾਲ ਜੀਓ ਸਾਡੀ ਬੇਨਤੀ ਹੈ, ਅੰਗ ਸਿੱਖੀ ਦਾ ਪਾਲਣਾ ਚਾਹੀਦਾ ਹੈ। ਇੱਕੋ ਰਾਏ ਹੈ ਸਾਰਿਆਂ ਸੇਵਕਾਂ ਦੀ, ਮੋਇਆ ਪੰਥ ਜਵਾਲਣਾ ਚਾਹੀਦਾ ਹੈ। ਅਸੀਂ ਲੜਾਂਗੇ ਮਰਦਿਆਂ ਅੰਤ ਤੀਕਰ, ਐ ਪਰ ਪਾਤਸ਼ਾਹ ਤੁਸੀਂ ਤਿਆਰ ਹੋ ਜਾਓ। ਛੇਤੀ ਨਾਲ ਨੇ ਤੇ ਲੱਤ ਦੇ ਕੇ ਲੋ ਲਾਗੇ ਨਾ ਜੰਗਲੋਂ ਪਾਰ ਹੋ ਜਾਓ। ਟੁੱਕੇ ਬੁੱਧ ਹਜ਼ੂਰ ਨੇ ਖਾਸ ਹੋਈ ਕਿਹਾ, ਕਿਹੜਾ ਸਰਦਾਰ ਇਹ ਬੋਲਦਾ ਹੈ। ਸੇਵਕ ਬੋਲਦਾ ਹੈ ਅੱਗੋਂ ਕਿਹਾ ਸਿੰਘ ਨੇ, ਸਾਡਾ ਸਾਂਝਾ ਵਿਚਾਰ ਇਹ ਬੋਲਦਾ ਹੈ। ਮੈਂ ਨਹੀਂ ਬੋਲਦਾ, ਬੋਲਦਾ ਪੰਥ ਸਾਰਾ, ਸਗੋਂ ਦੇਸ਼ ਪਿਆਰ ਇਹ ਬੋਲਦਾ ਹੈ। ਬੈਠਾ ਹੋਇਆ ਸਿੰਘਾਂ ਦੇ ਦਿਲ ਅੰਦਰ ਪਿਆ ਆਪ ਕਰਤਾਰ, ਇਹ ਬੋਲਦਾ ਹੈ ਕਿ ਸਾਡੇ ਜਿਹੇ ਲੱਖਾਂ ਪੈਦਾ ਕਰੇਗਾ ਤੂੰ। ਪਾਸਾ ਅਸਾਂ ਕੋਈ ਜਗਤ ਦਾ ਥੰਮਣਾ ਨਹੀਂ, ਜੇ ਤੂੰ ਨਾ ਰਹੋ ਦਸ਼ਮੇਸ਼ ਦੂਲੇ। ਗੋਬਿੰਦ ਸਿੰਘ ਮੁੜ ਕੇ ਫਿਰ ਜੰਮਣਾ ਨਹੀਂ। ਆਇਆ ਰੋ ਅੰਦਰ ਪੁਤਲਾ ਸ਼ਾਂਤੀ ਦਾ, ਬਈ ਵੀਰਤਾ ਉਸ ਦੀ ਸ਼ਾਨ ਵਿਖਾਣ ਲੱਗੀ। ਤੀਰਾਂ ਉਹਦਿਆਂ ਗੈਕੜ ਜੀਭ ਕੱਢੀ, ਅਕੜ ਉਸ ਦੀ ਲੈਣ ਕਮਾਨ ਲੱਗੀ। ਸ਼ੁਕੀ ਵੰਗ ਦਮੂਹੀ ਦੇ ਤੇਰੀ ਉਹਦੀ ਵੱਟ ਵਿੱਚ ਮਿਆਨ ਦੇ ਖਾਣ ਲੱਗੀ। ਤੇ ਨੀਲਾ ਹੈਂਕਿਆ ਬਾਜ ਨੇ ਖੰਭ ਛੰਡੇ, ਧਰਤੀ ਕੰਬ ਕੇ ਹੋਣ ਹੈਰਾਨ ਲੱਗੀ। ਲਾਟਾਂ ਨਿਕਲੀਆਂ ਉਹਦੇ ਨੇਤਰਾਂ ਚੋਂ ਤੇ ਡੋਲੀ ਉਸ ਦੀ ਛੱਲੀਆਂ ਪੈ ਗਈਆਂ। ਕਰਦੀ ਉਹਦੀ ਚੋਂ ਬਿਜਲੀ ਜਿਹੀ ਲਸ਼ਕੀ, ਫੌਜਾਂ ਵਿੱਚ ਤਰਥਲੀਆਂ ਪੈ ਗਈਆਂ। ਕਿਹਾ ਉਸ ਨੇ ਗੰਭੀਰਤਾ ਨਾਲ, ਸਿੱਖੋ ਕਿ ਮੈਂ ਪਿੱਠ ਦਿਖਾ ਕੇ ਭੱਜ ਜਾਵਾਂ। ਉਹ 4 ਦਿਨਾਂ ਦੀ ਕੁੜੀ ਜੀ ਜ਼ਿੰਦਗੀ ਲਈ ਮੈਂ ਘੋੜਾ ਦੜਾ ਕੇ ਭੱਜ ਜਾਵਾਂ। ਅੰਮ੍ਰਿਤ ਦੇ ਕੇ ਜਿਨ੍ਹਾਂ ਨੂੰ ਅਮਰ ਕੀਤਾ ਮੈਂ, ਉਹ ਸਿੱਖ ਮਰਵਾ ਕੇ ਨੱਠ ਜਾਵਾਂ। ਉਹ ਆਸ ਇਹ ਜੋ ਮੇਰੇ ਤੋਂ ਰੱਖਦੇ ਹੋ, ਸੱਚ ਜਾਣੋ ਤੁਸੀਂ ਮੈਨੂੰ ਪਛਾਣਦੇ ਨਹੀਂ। ਵੇਲਾ ਵਕਤ ਪਛਾਣਦੇ ਹੋ ਭਾਵੇਂ, ਐ ਪਰ ਦਸ਼ਮੇਸ਼ ਨੂੰ ਤੁਸੀਂ ਸਿਆਣਦੇ ਨਹੀਂ। ਸਿੱਖ ਨਾਲ ਜਕਲੰਬ ਦੇ ਬੋਲ ਉੱਠੇ, ਗੋਬਿੰਦ ਸਿੰਘ ਹੁਣ ਕੁਝ ਸੁਣਨ ਸੁਣਾਉਣ ਦੀ ਆਗਿਆ ਨਹੀਂ। ਤੂੰ ਹੈ ਗੁਰੂ ਤੇ ਖਾਲਸਾ ਗੁਰੂ ਤੇਰਾ, ਉਹਦਾ ਹੁਕਮ ਪ੍ਰਤਾਨ ਦੀ ਆਗਿਆ ਨਹੀਂ। ਤੇਰੀ ਜਾਨ ਅਮਾਨਤ ਹੈ ਖਾਲਸੇ ਦੀ, ਇਹਨੂੰ ਕਿਤੇ ਗਵਾਉਣ ਦੀ ਆਗਿਆ ਨਹੀਂ। ਛੇਤੀ ਉੱਠੋ ਤੇ ਕਲਗੀਆਂ ਜਿਗੇ ਲਾਹੋ, ਦੂਰ ਵੈਰੀ ਦੀ ਨਜ਼ਰੋਂ ਹਟ ਜਾਓ। ਸਮਾਂ ਪਾ ਕੇ ਫੌਜ ਤਿਆਰ ਕਰ ਲਓ ਤੇ ਫਿਰ ਦੁਸ਼ਮਣ ਮੂਹਰੇ ਡਟ ਜਾਓ। ਸੁਣਿਆ ਗੁਰੂ ਨੇ ਗੁਰੂ ਦਾ ਹੁਕਮਨਾਮਾ, ਤੇ ਸੀਸ ਝੁਕਾ ਕੇ ਉੱਠ ਤੁਰਿਆ। ਹੱਥ ਜੋੜ ਦਿੱਤੇ ਤੇ ਅੱਖਾਂ ਭਰ ਆਈਆਂ, ਬਾਜ ਉਂਗਲੀ ਲਾ ਕੇ ਉੱਠ ਤੁਰਿਆ। ਭੇਟਾ ਪੰਥ ਦੀ ਕਲਗੀਆਂ ਜਿਗੇ ਕੀਤੇ, ਬਾਜ ਉਂਗਲੀ ਲਾ ਕੇ ਉੱਠ ਤੁਰਿਆ। ਗੋਬਿੰਦ ਸਿੰਘ ਆਪੇ ਗੁਰੂ ਆਪ ਝੇਲਾ, ਇਹ ਜਗਤ ਤਾਈਂ ਵਿਖਾ ਕੇ ਉੱਠ ਤੁਰਿਆ। ਅਰਦਲ ਵਿੱਚ ਇੱਕ ਸਿੱਖ ਸੀ ਪਾਤਸ਼ਾਹ ਦੇ, ਤੇ ਦੁਸ਼ਮਣ ਦੀ ਫੌਜ ਬੇਪਾਂ ਸਾਵੇਂ ਨਾ ਕੋਈ ਰਾਹ। ਅਰਦਲ ਵਿੱਚ ਇੱਕ ਸਿੱਖ ਸੀ ਪਾਤਸ਼ਾਹ ਦੇ, ਤੇ ਦੁਸ਼ਮਣ ਦੀ ਫੌਜ ਬੇਪਾਂ ਸਾਵੇਂ। ਇੱਕ ਰਾਤ ਹਨੇਰੀ ਤੇ ਦੂਜਾ ਰਾਹ, ਨਾ ਰਾਹ ਖੇੜਾ ਨਾ ਕੋਈ ਪਿੰਡ ਤੇ ਨਾ ਗ੍ਰਾਹ ਸਾਵੇਂ। ਨਾ ਕੋਈ ਸਾਖ ਨਾ ਵੇੜੀ ਨਾ ਯਾਰ ਸੰਗੀ, ਵੈਰੀ ਜਾਪਦੇ ਸੀ ਚਿੜੀਆਂ ਕਾਂ ਸਾਵੇਂ। ਟਿੱਟੀ ਦਲ ਦੇ ਜਦੋਂ ਵਿਚਕਾਰ ਪੁੱਜੇ, ਵੇ ਨੀਲਾ ਚੱਕ ਹੋ ਗਿਆ ਅੜੀ ਕਰਕੇ। ਲੈ ਕੇ ਕੀਤਾ ਪਿਆਰ ਪਚਕਾਰਿਆ ਬੜਾ, ਆਪਣਾ ਡਾਢਾ ਔਕੜਾ ਹੋ ਗਿਆ ਅੜੀ ਕਰਕੇ। ਲੈ ਕੇ ਘੋੜਿਓਂ ਸ਼ਾਹ ਸਵਾਰ ਡਿਠਾ, ਵੇ ਨੀਲਾ ਕਦਮ ਅਗਾਂਹ ਕਿਉਂ ਨਾ ਪੱਟਦਾ ਹੈ। ਨਾ ਹੀ ਰਾਹ ਦੇ ਵਿੱਚ ਹੈ ਖਾਈ ਤੇ ਬਾਹ ਡੱਕਾ, ਕਿਤੇ ਨਾ ਪੰਨੀ ਤੇ ਪੱਟਦਾ ਹੈ। ਬਈ ਪਤਾ ਲੱਗਾ ਆਕਾਸ਼ ਦੀ ਲਿਸ਼ਕ ਉਤੋਂ, ਉਰਾਂ ਪਰਾਂ ਨਾ ਇਸ ਲਈ ਹੱਟਦਾ ਹੈ। ਅੱਗੇ ਲੋਥ ਅਜੀਤ ਦੀ ਪਈ ਹੋਈ ਹੈ, ਨੀਲਾ ਕਦਮ ਉਹਦੇ ਪਿਆ ਚੱਟਦਾ ਹੈ। ਕਿਹਾ ਨੀਲੇ ਨੂੰ ਇਹਨਾਂ ਸ਼ਹੀਦਾਂ ਦਾ ਇਹ ਸਤਿਕਾਰ ਮੈਨੂੰ ਕਰਨਾ ਚਾਹੀਦਾ ਸੀ। ਲੰਘਿਆ ਮੈਂ ਸ਼ਹੀਦ ਦੀ ਲਾਸ਼ ਤੋਂ, ਇਹਦੇ ਨਾਲ ਮੈਨੂੰ ਮਰਨਾ ਚਾਹੀਦਾ ਸੀ।
पर मैं मित्रा हुक्म दा हां बद्दा आया आपने किसे दा घल्लिया हां उची कड़की आखिया कायरो ओए लो मैं बूहे तुहाडे ते खन्निया हां गुरगोबिंद सिंह मैं गुरु जे खालसे दा ना कदे लड़न मरन तो टलिया हां मते क्यों के चोरी निकल गया सी ओ लो मैं बच बजा के चन्निया हां होके कोल अजीत दे कहन लगे बेटा मेरा ये प्यार कबूल कर लो काम बाकी आ तदे मैं नहीं आया मेरा ये उधार कबूल कर लो ते चमकौर दे कुल शहीद सिंघो ते चमकौर दे कुल शहीद सिंघो मेरा दिली सत्कार कबूल कर लो इन्नी आख के नीले नु ला थापी मेरे पातशाह चाले पा दिते पर करतार चमकौर विच लड़न वाले जुगां तिकर अमर बना दिते पर लो तिकर अमर बना दिते सुनिया बेनतियां प्रवान करो एक मेरे पिताजी अखीर ते जरूर कहंदे हुंदे सी कि कच्च दियां बंगां नाल वध के रब ने दुनिया साची फिर पता नहीं कद उल्टी पै जाऊ ये जिंदगी दी बाजी अज पंज तेन कल नहीं मिलना कल नहीं होना पर जे जिंदे रहे तो फिर मिलांगे जे मर गए तो रब राजी वाहिगुरू जी का खालसा वाहिगुरू जी की फतेह ਮੁੜਨਾ ਸੀ ਆਪਣੇ ਘਰ ਨੂੰ ਕਿੱਧਰ ਨੂੰ ਮੁੜ ਗਿਆ ਬਾਪੂ ਸਾਡੇ ਲਈ ਤਾਣੇ ਆਉਂਦਾ ਦੁਨੀਆ ਤੋਂ ਤੁਰ ਗਿਆ ਬਾਪੂ ਸਾਡੇ ਲਈ ਤਾਣੇ ਆਉਂਦਾ ਦੁਨੀਆ ਤੋਂ ਤੁਰ ਗਿਆ ਬਾਪੂ ਠੰਡਾ ਸੀ ਬਰਫ਼ ਦੇ ਨਾਲੋਂ ਛੇਤੀ ਹੀ ਖੁਰ ਗਿਆ ਬਾਪੂ ਦਿਲ ਦੇ ਵਿੱਚ ਵੱਧ ਕੇ ਗੰਢਾਂ ਕਿਹਦੇ ਲਈ ਰੱਖੀਆਂ ਸੀ ਦਿਲ ਦੀਆਂ ਦਾ ਦਿਲ ਵਿੱਚ ਤੁਰ ਗਿਆ ਖੁਸ਼ੀਆਂ ਦਾ ਦੱਸੀਆਂ ਸੀ ਪਤਾ ਨਹੀਂ ਕਿਹੜੇ ਭੇਦ ਦਿਲ ਦੇ ਵਿੱਚ ਛੁਪਾ ਕੇ ਰੱਖੇ ਹੋਏ ਸਨ ਨਾਲ ਲੈ ਕੇ ਟੁੱਟ ਗਏ ਔਰ ਨਾ ਤਾਂ ਉਹਨਾਂ ਨੇ ਆਪਣੀ ਆਵਾਜ਼ ਸੁਣਨੀ ਹੈ ਤੇ ਨਾ ਆਪਾਂ ਨੂੰ ਆਵਾਜ਼ ਦੇਣੀ ਸਤਿਕਾਰਯੋਗ ਸਾਡੇ ਭੈਣ ਜੀ ਬਲਵਿੰਦਰ ਕੌਰ ਸਾਡੀਆਂ ਬੇਟੀਆਂ ਤੇ ਬੇਟਾ ਅਸੀਂ ਜਸਵੀਰ ਸਿੰਘ ਨੂੰ ਵਾਪਸ ਗੱਡੀ ਦੇ ਵਿੱਚ ਬਿਠਾ ਕੇ ਨਹੀਂ ਲਿਆ ਸਕਦੇ ਨਾ ਕੋਈ ਉੱਥੋਂ ਆਇਆ ਤਾਂ ਨਾ ਕੋਈ ਲਿਆ ਸਕਦਾ ਤਾਂ ਨਾ ਉਸਨੇ ਆਉਣਾ ਪਰ ਇੱਕ ਵਿਸ਼ਵਾਸ ਦਿਵਾਉਂਦੇ ਆ ਜਦੋਂ ਵੀ ਕਦੇ ਲੋੜ ਪਵੇ ਜਦੋਂ ਵੀ ਕਦੇ ਲੋੜ ਪਾਸੇ ਇੱਕ ਆਵਾਜ਼ ਦਿਓ ਅਸੀਂ ਸੇਵਾ ਕਰਨ ਲਈ ਹਾਜ਼ਰ ਹੋ ਜਾਵਾਂਗੇ ਔਰ ਇੱਕ ਅਰਦਾਸ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਿਰਪਾ ਕਰਿਓ ਉਸ ਰੂਹ ਨੂੰ ਸਾਡੇ ਦਿਲਾਂ ਦੇ ਵਿੱਚ ਜਿੰਦਾ ਰੱਖੀ ਕਿਧਰੇ ਸਮੇਂ ਦੇ ਗੇੜ ਦੇ ਨਾਲ ਅਸੀਂ ਉਸ ਆਤਮਾ ਨੂੰ ਵਿਸਰ ਨਾ ਜਾਈਏ ਅਤੇ ਉਸ ਆਤਮਾ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣਾ ਪਿੱਛੇ ਪਰਿਵਾਰ ਦੇ ਸਿਰ ਤੇ ਮੇਰਾ ਕਰਿਆ ਹੱਥ ਰੱਖਣਾ ਸੱਚੇ ਪਾਤਸ਼ਾਹ ਜੇ ਤੂੰ ਬਲ ਦੇਵੇਂਗਾ ਕਿਉਂਕਿ ਭਾਣਾ ਮੰਨਣਾ ਕਹਿਣਾ ਬੜਾ ਸੌਖਾ ਪਰ ਮੰਨਣਾ ਬੜਾ ਔਖਾ ਇਹ ਫੇਰ ਹੀ ਮਨ ਹੋਣਾ ਜੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਿਰਪਾ ਕਰਨ ਸੱਚਾ ਪਾਤਸ਼ਾਹ ਬਲ ਦੇਵੀਂ ਜਿਗਰਾ ਦੇਵੀਂ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੀ ਤੋ ਸਤਿਸੰਗ ਜੀ ਕਿਤਨੀਆਂ ਕੋ ਬੇਨਤੀਆਂ ਕਰੋ ਪਰਿਵਾਰ ਹੁਣ ਕੜਾਹ ਪ੍ਰਸ਼ਾਦੀ ਦੇ ਕੇ ਬਤਾਈ ਜਾਣੀ ਹੈ ਆਨੰਦ ਸਾਹਿਬ ਦਾ ਜਾਪ ਹੋਵੇਗਾ ਫਿਰ ਅਰਦਾਸ ਬੇਨਤੀ ਹੋਵੇਗੀ ਫਿਰ ਉਸ ਤੋਂ ਬਾਅਦ ਦੇਗ ਵਰਤਾਈ ਜਾਵੇਗੀ ਤੇ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਕਿਸੇ ਵੀ ਵੀਰ ਨੇ ਕਿਸੇ ਭੈਣ ਨੇ ਲੰਗਰ ਛਕੇ ਤੋਂ ਬਗੈਰ ਨਹੀਂ ਜਾਣਾ ਆਓ ਆਨੰਦ ਸਾਹਿਬ ਦੇ ਨਾਲ ਜੁੜੀਏ ਤਾਂ ਕਿ ਸਤਿਗੁਰੂ ਕਿਰਪਾ ਕਰਨ ਆਉਣ ਵਾਲਾ ਸਮਾਂ ਸਾਡਾ ਆਨੰਦ ਭਰਿਆ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਮ ਕਲੀ ਮਹਿਲਾ ਤੀਜਾ ਆਨੰਦ ਏਕੋ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਿਵਾਰ ਪਰੀਆ ਸ਼ਬਦ ਗਾਵਣ ਆਈਆ ਸਭ ਦੋ ਤਾਂ ਗਾਵੋ ਹਰਿ ਕੇਰਾ ਮਨ ਜਿਨੀ ਵਸਾਇਆ
ਕਹੈ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁਖ ਸਭ ਵਿਸਾਰਣਾ। ਅੰਗੀਕਾਰ ਹੋ ਕਰੇ ਤੇਰਾ, ਕਰ ਸਭ ਸਵਾਰਣਾ। ਸਭਨਾ ਗਲਾ ਸੁਮਰ ਸੁਆਮੀ, ਸੋ ਕਿਉ ਮਨੋ ਵਿਸਾਰੇ। ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ ਕਰਤੇ ਰਹਿ, ਕਰਤਾ ਤੇਰਾ ਸਭ ਕਿਛ ਹੈ, ਜਿਸ ਦੇ ਸੋ ਪਾਵੇ। ਸਦਾ ਸਿਰਤ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਤੇ ਰਹਿ। ਸਾਚਾ ਨਾਮ ਮੇਰਾ ਆਧਾਰੋ, ਸਚ ਨਾਮ ਆਧਾਰ ਮੇਰਾ। ਜਨ ਭੁੱਖਾਂ ਸਭ ਗਵਾਈਆਂ, ਕਰ ਸਾਧ ਸੁਖ ਮਨ ਆਇ ਵਸਿਆ। ਜਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟੋ। ਜੈਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ ਸਭ ਧਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰ, ਵਾਜੇ ਪੰਚ ਸਭ ਤਿਤ ਘਰ ਸੁਭਾਗੈ। ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਘਰ ਧਾਰੀਆ। ਪੰਜ ਦੂਤ ਤਦ ਵਸ ਕੀਤੇ, ਕਾਲ ਕੰਟਕ ਮਾਰਿਆ। ਤੁਰ ਕਰਮ ਪਾਇਆ ਤਦ ਜਨ ਕਉ, ਸੇ ਨਾਮ ਹਰਿ ਕੈ ਲਾਗੇ। ਕਹਿ ਨਾਨਕ ਤੈ ਸੁਖ ਹੋਆ, ਤਿਤ ਘਰ ਅਨਹਦ ਵਾਜੇ। ਆਨੰਦ ਸੁਣੋ ਬੜ ਭਾਗਿਓ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ। ਸੁਣਤੇ ਪਨੀਤ ਕਹਤੇ ਪਵਿੱਤ, ਸਤ ਗੁਰ ਰਹਿਆ ਪਰ ਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਸ਼ਲੋਕ ਪਵਨ ਗੁਰੂ ਪਾਣੀ ਪਿਤਾ, ਮਾਤਾ ਤਰਤ ਮਹਤ। ਦਿਵਸ ਰਾਤ ਦੁਇ ਦਾਈ ਦਾਇਆ, ਖੇਲੈ ਸਗਲ ਜਗਤ। ਚੰਗਿਆਈਆਂ ਬੁਰਿਆਈਆਂ, ਵਾਚੈ ਧਰਮ ਦੂਰ। ਕਰਮੀ ਆਪੋ ਆਪਣੀ, ਕੇ ਨੇੜੇ ਕੇ ਦੂਰ। ਜਿਨੀ ਨਾਮ ਧਿਆਇਆ, ਗਏ ਮਸਕਤ ਕਾਲ। ਨਾਨਕ ਤੇ ਮੌਕੇ ਉਜਲੇ, ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਮ ਠਾਕ ਅਰਦਾਸ
गत मित तुम्ही जानी, नानक दास सदा कुर्बानी। बोलना जी सतनाम श्री वाहिगुरु, सतनाम श्री वाहिगुरु जी। अरदास एक ओंकार वाहिगुरु जी की फतेह। श्री भगवती जी सहाय। वार श्री भगवती जी की पातशाह दसवीं। प्रथम भगवती सिमर कै गुरु नानक लेते आए। परम गति गुरु अमरदास रामदास होई सहाय। अर्जन हर गोबिंद नाम सिमरो श्री हराय। श्री हर कृष्ण ध्याइए जस डिठे सब दुख जाय। तेग बहादुर सिमरिया घर नौनता वैताए। सुरती विसहाय। दसवां पातशाह श्री गुरु गोबिंद सिंह महाराज सब थाई होई सहाय। सब थाई होई सहाय। दसां पातशाहियां दी जागी जोत गद्दी ते विराजमान चवर तखत दे मालक। धन धन श्री गुरु ग्रंथ साहिब जी दे पाठ दर्शन दीदार दा ध्यान करके बोलो जी। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ 40 ਮੁਕਤਿਆਂ ਹਟੀਆਂ ਜਪੀਆਂ ਤਪੀਆਂ ਜਿਨ੍ਹਾਂ ਤੇਰਾ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅਣਟ ਕੀਤਾ ਤਿਨਾਂ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮੇ ਸੀ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਨਹਾਈਆਂ ਚਰਖੜੀਆਂ ਤੇ ਚਲੇ ਤਨ ਆਰਿਆਂ ਨਾਲ ਚਰਾਏ ਗਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾ ਸਵਾਸਾਂ ਨਾਲ ਨਿਭਾਈ। ਜਿਨ੍ਹਾਂ ਸਿੰਘਾਂ ਸਿੰਘਣੀਆਂ ਝੰਗੀਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤਾਵੈ ਚਿਤਿਆਵਨ ਕਾ ਸਦਕਾ ਸਰਬ ਸੁਖ ਹੋਵੈ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਵੈ। ਦੇਖ ਤੇਗ ਫਤਿਹ ਵੈਦ ਕੀ ਪੈਜ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਰੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਪ੍ਰਸਾਦ ਦਾਨ ਭਰੋਸਾ ਦਾਨ ਦਾਨਾ ਸਰਦਾ ਨਾਮ ਦਾਨ। ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰੱਖਾ ਵਾਹਿਗੁਰੂ ਇਹ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾ ਜੀਓ। ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀ ਦਾਤ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਇਹ ਨਿਮਾਣਿਆਂ ਦੇ ਮਾਣ ਸਤਿਗੁਰੂ ਨਿਤਾਣਿਆਂ ਦੇ ਤਾਣ ਨਿਉਟਿਆਂ ਦੀ ਓਟ ਨਿਆਸਰਿਆਂ ਦੇ ਆਸਰੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ। ਆਪ ਜੀ ਦੇ ਚਰਨਾਂ ਕਮਲਾਂ ਵਿਖੇ ਅਰਦਾਸ ਬੇਨਤੀ ਪ੍ਰਾਰਥਨਾ ਕੀਤੀ ਜਾਂਦੀ ਗੁਰੂ ਮਹਾਰਾਜ। ਆਪ ਜੀ ਦਾ ਪਾਵਨ ਵਚਨ ਹੈ ਜਿਹਾ ਚਿਰੀ ਲਿਖਿਆ ਤਿਹਾ ਹੁਕਮ ਕਮਾਹੇ। ਕੱਲੇ ਆਵੇ ਨਾਨਕਾ ਸਦਾ ਉੱਠੀ ਜਾਏ। ਦਿਮਾਗ ਅਨਸਾਰ ਆਪ ਜੀ ਦਾ ਭੇਜਿਆ ਪ੍ਰਾਣੀ ਸਤਿਕਾਰਯੋਗ ਡਾਕਟਰ ਜਸਵੀਰ ਸਿੰਘ ਜੀ ਕਾਰਜਲ ਅਕਾਲ ਚਲਾਣਾ ਕਰ ਗਏ ਸਨ ਪਾਤਸ਼ਾਹ ਜੀ। ਉਹਨਾਂ ਦੀ ਰੂਹ ਦੀ ਕਲਿਆਣਤਾ ਵਾਸਤੇ ਸਮੂਹਿਕ ਪਰਿਵਾਰ ਵੱਲੋਂ ਆਪਣੇ ਗ੍ਰਹਿ ਵਿਖੇ ਤੁਰਕੀ ਬਾਣੀ ਆਈ ਤਨ ਸਵੀ ਚੰਤ ਮਟਾਈ। ਸ੍ਰੀ ਅਖੰਡ ਜਾਪ ਆਰੰਭ ਕਰਵਾ ਸ੍ਰੀ ਗੁਰੂ ਮਹਾਰਾਜ ਆਪ ਜੀ ਦੀ ਬਖਸ਼ਿਸ਼ ਕਿਰਪਾ ਹੋਈ। ਬਾਣੀ ਪੜ੍ਹ ਕਰਕੇ ਭੋਗ ਪਏ। ਭੋਗਾਂ ਤੋਂ ਉਪਰੰਤ ਗੁਰਦੁਆਰਾ ਸਾਹਿਬ ਵਿਖੇ ਖੁੱਲੇ ਦੀਵਾਨ ਸਜਾਏ ਗਏ।
ਜਿਸ ਵਿੱਚ ਪੰਥ ਦੇ ਮਹਾਨ ਕਥਾਵਾਚਕ ਪ੍ਰਚਾਰਕ ਆਪ ਜੀਆਂ ਦੇ ਨਾਲ ਮਹਾਰਾਜ ਜੀਓ ਉਸ ਵਿਛੜੀ ਆਤਮਾ ਦੇ ਲਈ ਬੈਰਾਗਮਾਈ ਕਥਾ ਵਿਚਾਰਾਂ ਕੀਤੀਆਂ ਗਈਆਂ। ਗੁਰੂ ਪਾਤਸ਼ਾਹ ਜੀ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ, ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ। ਗੁਰੂ ਪਾਤਸ਼ਾਹ ਜੀ ਆਪ ਜੀਆਂ ਦੇ ਚਰਨਾਂ ਕਮਲਾਂ ਵਿਖੇ ਜੇ ਪੌੜੀਆਂ ਸ੍ਰੀ ਅਨੰਦ ਸਾਹਿਬ ਜੀ ਦੇ ਪਾਠ ਦੀ ਅਰਦਾਸ ਅੱਖਰ ਵਾਧਾ ਘਾਟਾ ਪਰਜ ਮੁਆਫ ਕਰਨੀ। ਗੁਰੂ ਮਹਾਰਾਜ ਜੀ ਆਪ ਜੀ ਦੇ ਚਰਨਾਂ ਕਮਲਾਂ ਵਿਖੇ ਘੜਾ ਪ੍ਰਸ਼ਾਦ ਦੀ ਦੇਵ ਹਾਰੇ ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤਾਂ ਵਿੱਚ ਵਰਤਣ ਦੀ ਆਗਿਆ ਬਖਸ਼ਣੀ। ਗੁਰੂ ਮਹਾਰਾਜ ਜੀਓ ਆਪ ਜੀਆਂ ਦੇ ਸਮੂਹ ਹੀ ਪਰਿਵਾਰ ਵੱਲੋਂ ਡਾਕਟਰ ਜਸਵੀਰ ਸਿੰਘ ਜੀ ਕੌਸ਼ਲ ਉਹਨਾਂ ਦੀ ਯਾਦ ਵਿੱਚ 5100 ਦੌੜਾ ਗੁਰਦੁਆਰਾ ਸਾਹਿਬ ਦੀ ਇਮਾਰਤ ਵਾਸਤੇ ਭੇਟਾ ਕੀਤਾ। ਗੁਰੂ ਮਹਾਰਾਜ ਜੀ ਜਿਨ੍ਹਾਂ ਖਜ਼ਾਨੇ ਚੋਂ ਮਾਇਆ ਆਈ ਖਜ਼ਾਨੇ ਭਰਪੂਰ ਕਰਨੇ, ਕਾਲਕੰਡ ਦੂਰ ਕਰਨੇ, ਬੀਜੇ ਹਰਿਆ ਕਰਨਾ। ਗੁਰੂ ਪਾਤਸ਼ਾਹ ਜੀਓ ਪਰਿਵਾਰ ਵਿੱਚ ਏਕਤਾ, ਸ਼ਾਂਤੀ, ਸਤਿਆ, ਸੰਤੋਖ ਬਣਾਈ ਰੱਖਣਾ, ਬੱਚਿਆਂ ਨੂੰ ਅੰਮ੍ਰਿਤ ਵੇਲੇ ਦਾ ਜਾਗਣਾ, ਨਿਤਨੇਮ ਦਾ ਬਲ ਉਦਮ ਚਾਓ ਬਖਸ਼ੋ। ਗੁਰੂ ਪਾਤਸ਼ਾਹ ਜੀ ਸਮੂਹ ਸੰਗਤ ਦੀ ਅਰਦਾਸ ਆਪ ਜੀ ਦੇ ਚਰਨਾਂ ਕਮਲਾਂ ਪਾਸ ਕਿਰਪਾ ਕਰੋ। ਲਾਹੀ ਬਾਣੀ ਵਿੱਚੋਂ ਹੁਕਮਨਾਮਾ ਬਖਸ਼ ਕੇ ਸੰਗਤਾਂ ਨੂੰ ਨਿਹਾਲ ਕਰੋ ਜੀ। ਆਉਣ ਵਾਲਾ ਕਾਜ ਰਾਸ ਕਰੋ, ਸੁਖ ਹੋਵੇ ਨਾਮ ਚਿਤੇ ਆਵੇ। ਗੁਰੂ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਆਗਿਆ ਪਈ ਅਕਾਲ ਕੀ, ਤਵੇ ਚਲਾਇਓ ਪੰਥ। ਸਭ ਸੇ ਕਨ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇ। ਜੋ ਪ੍ਰਭ ਕੋ ਮਿਲ ਉਚ ਹੈ, ਕੋਇ ਸ਼ਬਦ ਹੈ ਰਾਜ ਕਰੇਗਾ ਖਾਲਸਾ, ਆਕੀ ਰਹਿ ਨਾ ਕੋਈ। ਵਾਰ ਹੋਏ ਸਭ ਮਿਲਣ ਕੇ, ਬਚੇ ਸ਼ਰਨ ਜੋ ਹੋਏ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਉਤਰੇ ਪਾਰ। ਜੋ ਸ਼ਰਧਾ ਕਰ ਸੇਵਦੇ, ਗੁਰ ਪਾਰਿ ਉਤਾਰਨ ਹਾਰ। ਭਾਈ ਜੋ ਸ਼ਰਧਾ ਕਰ ਸੇਵਦੇ, ਵਾਹਿਗੁਰੂ ਪਾਰਿ ਉਤਾਰਨ ਹਾਰ। ਬੁਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫਰੀਦਾ ਦਰਿਆ ਬਹਿ ਕੰਨੇ ਬਗਲਾ, ਬੇਟਾ ਕੇਲ ਕਰੇ। ਕੇਲ ਕਰਿੰਦੇ ਅੰਜਨੋ, ਅਚੰਤੇ ਬਾਜ ਪਏ। ਬਾਜ ਪਏ ਤਿਸ ਰੱਬ ਦੇ, ਕੇਲਾਂ ਵਿਸਰੀਆਂ। ਜੋ ਮਨ ਚਿਤ ਨ ਚੇਤੇ ਸਨ, ਸੋ ਗਾਲੀ ਰੱਬ ਕੀਆ।
ਸੋ ਕਹੁ ਟਲ ਗੁਰ ਸੇਵੀਐ ਅਹਨਸ ਸਹਿਜ ਸੁਭਾਏ ਦਰਸ਼ਨ ਪਰਸ ਐ ਗੁਰੂ ਕੈ ਜਨਮ ਮਾਰਨ ਦੁਖ ਜਾਏ ਸੋਰਠ ਮਹਿਲਾ ਪੰਜਵਾਂ ਸੋਕ ਸਹਿਜ ਆਨੰਦਾ ਪ੍ਰਭ ਮਿਲਿਓ ਮਨ ਪਾਵੰਦਾ ਪੂਰੇ ਗੁਰ ਕਿਰਪਾ ਧਾਰੀ ਤਾਂ ਗਤ ਭਈ ਹਮਾਰੀ ਹਰ ਕੀ ਪ੍ਰੇਮ ਭਗਤ ਮਨ ਲੀਨਾ ਨਿਤ ਬਾਜੇ ਅਨਹਦ ਬੀਨਾ ਰਹਾਉ ਹਰ ਚਰਨ ਕੀ ਓਟ ਸਤਾਣੀ ਸਭ ਚੁਕੀ ਕਾਣ ਲੁਕਾਣੀ ਜਗ ਜੀਵਨ ਦਾਤਾ ਪਾਇਆ ਹਰ ਰਸਿਕ ਗੁਣ ਗਾਇਆ ਪ੍ਰਭ ਕਾਟਿਆ ਜਮ ਕਾ ਭਾਸਾ ਮਨ ਪੂਰਨ ਹੋਈ ਆਸਾ ਜੈ ਪੇਖਾ ਤਹਿ ਸੋਈ ਹਰ ਪ੍ਰਭ ਬਿਨ ਅਵਰ ਨ ਕੋਈ ਕਰ ਕਿਰਪਾ ਪ੍ਰਭ ਰਾਖੇ ਸਭ ਜਨਮ ਜਨਮ ਦੁਖ ਲਾਥੇ ਨਿਰਭਉ ਨਾਮ ਧਿਆਇਆ ਅਟਲ ਸੁਖ ਨਾਨਕ ਪਾਇਆ ਕਰ ਕਿਰਪਾ ਪ੍ਰਭ ਰਾਖੇ ਸਭ ਜਨਮ ਜਨਮ ਦੁਖ ਲਾਥੇ ਨਿਰਭਉ ਨਾਮ ਧਿਆਇਆ ਅਟਲ ਸੁਖ ਨਾਨਕ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸਤਿਕਾਰਯੋਗ ਡਾਕਟਰ ਜਸਵੀਰ ਸਿੰਘ ਜੀ ਕੋਹਜਲ ਉਹਨਾਂ ਦੀ ਯਾਦ ਵਿੱਚ ਸਾਰੇ ਇਕੱਤਰ ਹੋਏ ਆ। ਕਈ ਵਾਰੀ ਬੰਦੇ ਦੀਆਂ ਚੰਗੇ ਇਨਸਾਨ ਦੀਆਂ ਗੱਲਾਂ ਚੇਤੇ ਰਹਿ ਜਾਂਦੀਆਂ ਨੇ ਜਿਨ੍ਹਾਂ ਵਿੱਚੋਂ ਉਹ ਇੱਕ ਸੀ। ਕੋ ਵਿਰਲੇ ਹੁੰਦੇ ਨੇ ਹੈ ਵਿਰਲੇ ਨਾ ਹੀ ਘਣੇ ਫੈਲ ਫਕੜ ਸੰਸਾਰ, ਜੋ ਸੰਸਾਰ ਤੇ ਆਣ ਕੇ ਚੰਗੇ ਕੰਮ ਕਰਕੇ ਦੁਨੀਆ ਵਿੱਚ ਵਿਚਰ ਕੇ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਜਾ ਵਿਰਾਜਦੇ ਨੇ, ਉਹਨਾਂ ਦੀਆਂ ਯਾਦਾਂ ਹਮੇਸ਼ਾ ਤਾਜ਼ਾ ਰਹਿੰਦੀਆਂ ਨੇ। ਜਨਵਰੀ ਦੇ ਪਹਿਲੇ ਹਫ਼ਤੇ ਮੈਂ ਕਿਹਾ ਡਾਕਟਰ ਸਾਹਿਬ ਕਿਤੇ ਆਪਣੇ ਲੜਕੇ ਦਾ ਵਿਆਹ ਦਿਖਾ ਦਿਓ। ਕਹਿੰਦਾ ਲੈ ਬਾਬਾ ਜੀ ਆਪਾਂ ਤੈਨੂੰ ਵਿਆਹ ਦਿਖਾ ਦੇਣਾ। ਕਹਿੰਦਾ ਆਪਾਂ ਜਾਂ ਜਨਵਰੀ ਦੇ ਅਖੀਰ ਜਾਂ ਫਰਵਰੀ ਦੇ ਪਹਿਲੇ ਹਫ਼ਤੇ ਵਿਆਹ, ਇੱਥੇ ਮਕਾਨ ਦੀਆਂ ਤਿਆਰੀਆਂ ਇੰਨਾ ਖੁਸ਼, ਪਰਮਾਤਮਾ ਖੁਸ਼ੀ ਦਿਖਾਉਂਦਾ ਸੀ ਤਾਂ ਹੀ ਉਹ ਦੇਖਦਾ ਸੀ। ਇਹ ਨਹੀਂ ਪਤਾ ਹੋਵੇ ਮਕਾਨ ਮੈਂ ਬਣਾ ਰਿਹਾ ਪਰ ਵਿੱਚ ਰਹਿਣਾ ਨਹੀਂ, ਚਲੇ ਜਾਣਾ। ਕਹਿੰਦਾ ਮੈਂ ਬੇਟੇ ਨੂੰ ਫੋਨ ਕੀਤਾ, ਹਰਵਿੰਦਰ ਸਿੰਘ
ਆ ਰਿਹਾ ਬਾਬਾ ਜੀ ਕਹਿੰਦੇ ਤੇਰਾ ਵਿਆਹ ਕਰ ਦੇਈਏ, ਕਿਤੇ ਮੁੜ ਕੇ ਏਦਾਂ ਨਾ ਹੋਵੇ ਮੇਰੀ ਫੋਟੋ ਚੱਕ ਕੇ ਕਹਿੰਦੇ ਲੋਕਾਂ ਦੇ ਅੱਗੇ ਦਿਖਾਉਂਦਾ ਫਿਰ ਕਿ ਆਹ ਮੇਰਾ ਪਿਤਾ ਸੀ, ਅੱਜ ਉਹ ਗੱਲਾਂ ਸੱਚ ਹੋ ਗਈ। ਮਾਲਕ ਦਾ ਸੁਨੇਹਾ ਆ ਗਿਆ, ਉਹ ਭਰੀ ਦੁਨੀਆ ਵਿੱਚੋਂ ਉਹਨਾਂ ਨੂੰ ਕੱਢ ਕੇ ਲੈ ਗਏ। ਇੱਦਾਂ ਦੇ ਇਨਸਾਨਾਂ ਦੀਆਂ ਯਾਦਾਂ ਜਿਹੜੀਆਂ ਛੱਡ ਜਾਂਦੇ ਨੇ। ਬੇਨਤੀ ਕਰਾਂ 2 ਮਿੰਟ ਵੀ 5100 ਦਮੜਾ ਪਰਿਵਾਰ ਨੇ ਉਹਨਾਂ ਦੀ ਯਾਦ ਵਿੱਚ ਦਿੱਤਾ ਹੈ। ਗੁਰੂ ਸਾਹਿਬਾਂ ਦੀਆਂ ਇਮਾਰਤਾਂ ਵਾਸਤੇ ਪ੍ਰਬੰਧਕ ਕਮੇਟੀ ਵੱਲੋਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ। ਬੇਟੇ ਹਰਪਿੰਦਰ ਸਿੰਘ ਦਾ, ਉਹਨਾਂ ਦੀ ਮਾਤਾ ਜੀ ਦਾ, ਰਵਿੰਦਰ ਕੌਰ ਜੀ, ਬੇਟੀਆਂ ਦਾ, ਜਿਨ੍ਹਾਂ ਨੇ ਦੁੱਖ ਦੇ ਸਮੇਂ ਵਿੱਚ ਆਣ ਕੇ ਆਪਣੇ ਪਿਤਾ ਦੀ ਅਰਥੀ ਨੂੰ ਮੋਢਾ ਦੇਣ ਦੀ ਗੱਲ, ਮੈਂ ਉਹਨਾਂ ਬੱਚੀਆਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦਾ। ਬੇਲੇ ਬੱਚੇ ਜਿਹੜੇ ਅੱਜ ਆਪਣੇ ਮਾਂ ਪਿਓ ਦੀ ਕਦਰ ਕਰਦੇ। ਸੋ ਹੁਣ ਦਸਤਾਰ ਦੀ ਰਸਮ ਕਰਨੀ ਹੈ। ਮੈਂ ਸਤਿਕਾਰਯੋਗ ਪ੍ਰਬੰਧਕ ਕਮੇਟੀ, ਸਤਿਕਾਰਯੋਗ ਸਰਦਾਰ ਲੰਗਰ ਸਿੰਘ ਜੀ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਡਾਕਟਰ ਜਸਵੀਰ ਸਿੰਘ ਜੀ ਕੌਂਸਲ, ਉਹਨਾਂ ਦਾ ਯੋਧਾ ਬੇਟਾ ਹਰਪਿੰਦਰ ਸਿੰਘ ਜੀ ਨੂੰ ਦਸਤਾਰ ਬੰਦੀ ਕੀਤੀ ਜਾਵੇਗੀ ਔਰ ਗੁਰੂ ਮਹਾਰਾਜ ਜੀ ਕਿਰਪਾ ਕਰਨ, ਇਸ ਬੱਚੇ ਦੀ ਲੰਬੀ ਆਯੂ ਔਰ ਇਸੇ ਤਰ੍ਹਾਂ ਪਿਤਾ ਵਾਂਗਰੀ ਚੰਗੇ ਕੰਮ ਕਰਨ, ਇਸ ਬੱਚੇ ਦੀ ਚੜ੍ਹਦੀ ਕਲਾ ਰਹੇ। ਔਰ ਹੋਰ ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਪਰਿਵਾਰ ਵੱਲੋਂ ਬੇਨਤੀ ਹੈ ਕਿ ਕੋਈ ਵੀ ਲੈਣ ਦੇਣ ਨਹੀਂ ਕੀਤਾ ਜਾਵੇਗਾ। ਹੱਥ ਜੋੜ ਕੇ ਬੇਨਤੀ ਹੈ, ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਦਾਰ ਲੰਗਰ ਸਿੰਘ ਜੀ, ਉਹਨਾਂ ਨੂੰ ਵੀ ਬੇਨਤੀ ਹੈ ਖਵਾਜਾ ਤੇ ਦਸਤਾਰ ਦੀ ਜੋ ਰਸਮ ਕੀਤੀ ਜਾਣੀ ਹੈ ਤੇ ਗੁਰੂ ਮਹਾਰਾਜ ਜੀ ਕਿਰਪਾ ਕਰਨ, ਇਸ ਬੱਚੇ ਨੂੰ ਦਿਨ ਦੁਗਣਾ ਰਾਤ ਚੌਗੁਣੀ ਤਰੱਕੀਆਂ ਬਖਸ਼ਣ ਔਰ ਸਿੱਖ ਕੌਮ ਦਾ ਹੀਰਾ ਇਸੇ ਤਰ੍ਹਾਂ ਆਪਣੇ ਪਿਤਾ ਦੀ ਤਰ੍ਹਾਂ ਆਪਣਾ ਨਾਂ ਬਣਾਵੇ। ਆਈਆਂ ਸੰਗਤਾਂ ਦਾ ਪਰਿਵਾਰ ਵੱਲੋਂ ਬਹੁਤ ਬਹੁਤ ਧੰਨਵਾਦ ਜੀ। ਉਹ ਆਇਆ ਦਸਤਾਰ ਦੀ ਰਸਮ, ਉਸ ਤੋਂ ਉਪਰੰਤ ਕੜਾਹ ਪ੍ਰਸ਼ਾਦ ਦੀ ਦੇਗ ਵਰਤਾਈ ਜਾਵੇਗੀ ਅਤੇ ਨਾਲ ਹੀ ਗੁਰੂ ਘਰ ਲੰਗਰ ਤਿਆਰ ਹੈ। ਸਾਰੀਆਂ ਸੰਗਤਾਂ ਨੇ ਛਕ ਕੇ ਜਾਣਾ ਜੀ। ਫਲਾਣੀ ਦਸਤਾਰ ਸੀਸ ਤੇ ਰੱਖ ਦਿਓ ਜੀ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ, ਕੋਈ ਵੀ ਲੈਣ ਦੇਣ ਨਹੀਂ ਕੀਤਾ ਜਾਵੇਗਾ ਅਤੇ ਦਸਤਾਰਬੰਦੀ ਤੋਂ ਬਾਅਦ ਕੜਾਹ ਪ੍ਰਸ਼ਾਦ ਦੀ ਦੇਗ ਵਰਤਾਈ ਜਾਵੇਗੀ। ਉਪਰੰਤ ਗੁਰੂ ਕਾ ਲੰਗਰ ਤਿਆਰ ਹੈ। ਆਪ ਸਾਰੀਆਂ ਸੰਗਤਾਂ ਨੇ ਛਕ ਕੇ ਜਾਣਾ ਜੀ। ਸਮੂਹ ਪਰਿਵਾਰ ਨੂੰ ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਇੱਥੇ ਹੀ ਸਮਾਪਤੀ ਹੈ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।